ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ। ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਗੋਬਿੰਦ ਹਮ ਐਸੇ ਅਪਰਾਧੀ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹਿ ਸਾਧੀ। ਮਾਧੋ ਹਮ ਐਸੇ ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਕਬੀਰ ਜਿਹ ਦਰ ਆਵਤ ਜਤ ਅਹੋ। ਹਟਕੈ ਨਾਹੀ ਕੋਇ, ਸੋ ਦਰ ਕੈਸੇ ਛੋਡੀਐ। ਜੋ ਦਰ ਐਸਾ ਹੋਏ, ਬੇਸੁਮਾਰ ਅਥਾਹ ਅਗਨਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਨਿਰਮਲ ਬੂੰਦ ਆਕਾਸ ਕੀ, ਪਰ ਗਈ ਭੂਮਿ ਵਿਕਾਰ। ਬਿਨ ਸੰਗਤ ਇਉ ਮਾਨਈ, ਹੋਏ ਗਈ ਪਠਸ਼ਾਰ। ਕਬੀਰ ਨਿਰਮਲ ਬੂੰਦ ਆਕਾਸ ਕੀ, ਲੀਨੀ ਭੂਮਿ ਮਿਲਾਏ। ਅਨੇਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਰਾਜਾਨ ਰਾਜ ਪਾਨਾਹਨ ਪਾਨ। ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ, ਜਾਹਰਾ ਜਹੂਰ ਹਾਦਰਾ ਹਦੂਰ,
ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਰਹਿਮਤ ਦੇ ਕਿਰਪਾ ਦੇ ਪਾਤਰ ਬਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਦੱਸੀ ਹੋਈ ਜੀਵਨ ਦੀ ਸਚਿਆਰ ਜੁਗਤ ਨੂੰ ਕਮਾਉਣ ਦੇ ਲਈ, ਸ਼ਬਦ ਦੀ ਸਾਧਨਾ ਕਰਨ ਦੇ ਲਈ, ਗੁਰੂ ਚਰਨਾਂ ਦੇ ਨਾਲ ਆਪਣੀ ਪ੍ਰੀਤ ਭਾਵਨਾ ਭੈ ਭਾਵਨੀ ਦੇ ਜੀਵਨ ਨੂੰ ਪ੍ਰਪੱਕ ਕਰਨ ਦੇ ਲਈ ਜੁੜ ਬੈਠੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਰਹਿਮਤ ਨੂੰ ਆਪ ਜੀ ਸ਼ਬਦ ਕੀਰਤਨ ਦੇ ਗਾਇਨ ਦੁਆਰਾ ਮਾਨਣ ਦਾ ਯਤਨ ਕਰ ਰਹੇ ਸੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਨਿਰਮਲ ਬੂੰਦ ਆਕਾਸ ਕੀ, ਪਰ ਗਈ ਭੂਮ ਬਿਕਾਰ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ 2 ਸ਼ਲੋਕਾਂ ਦੇ ਅੰਦਰ ਸਤਿਗੁਰੂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਦੋਂ ਮਨੁੱਖ ਗੁਰੂ ਸ਼ਬਦ ਦੇ ਅਭਿਆਸ ਨਾਲ ਪੂਰੀ ਤਰ੍ਹਾਂ ਰੰਗਿਆ ਜਾਂਦਾ ਹੈ, ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦਾ ਗਿਆਨ ਗੁਰਸਿੱਖ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਢਲ ਜਾਂਦਾ ਹੈ, ਅਤੇ ਫਿਰ ਉਹਦੇ ਜੀਵਨ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਹੜੀ ਦੁਨਿਆਵੀ ਕਿਸਮ ਦਾ ਕੂੜ ਹੈ, ਜਿਹਨੂੰ ਬੋਲ ਦੁਆਰਾ, ਸੁਣਨ ਦੁਆਰਾ, ਚੱਲਣ ਦੁਆਰਾ ਗ੍ਰਹਿਣ ਕੀਤਾ ਜਾਂਦਾ ਹੈ, ਫਿਰ ਜਿਹੜੇ ਰੱਬੀ ਸਾਧਕ ਹੁੰਦੇ ਹਨ ਉਹ ਗੁਰੂ ਕੇ ਭੈ ਨੇਮ ਦੇ ਵਿੱਚ ਰਹਿ ਕੇ ਆਪਣੀ ਅਵਸਥਾ ਦੀ ਘਾੜਤ ਕਰਦੇ ਹਨ। ਅਤੇ ਉਹ ਅਵਸਥਾ ਦਾ ਬਿਆਨ ਭਗਤ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਕੀਤਾ ਸੀ, ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ, ਕਿ ਸੁਣਨਾ ਹੈ ਕੇਵਲ ਉਹ ਸੁਣਨਾ ਜਿਹਦੇ ਵਿੱਚ ਸਿਫਤ ਸਲਾਹ ਹੈ, ਜਾਂ ਜਿਹਦੇ ਵਿੱਚ ਗਿਆਨ ਦੀ ਉਚਾਈ ਹੈ, ਜਾਂ ਜਿਹਦੇ ਵਿੱਚ ਗੁਰਮਤਿ ਦਾ ਬੜਾ ਗਹਿਰਾ ਅਨੁਭਵ ਹੈ, ਜਾਂ ਐਸਾ ਸੁਣਨਾ ਜਿਹੜਾ ਹਿਰਦੇ ਨੂੰ, ਉਹਦੇ ਫੁਰਨਿਆਂ ਨੂੰ ਸ਼ਾਂਤ ਕਰੇ। ਬੋਲਣਾ ਉਹ ਜਿਹਦੇ ਵਿੱਚ ਗਿਆਨ ਦਾ, ਸਿਫਤ ਸਲਾਹ ਦਾ, ਪ੍ਰੀਤ ਪ੍ਰਤੀਤ ਦਾ ਵੱਡਾ ਅਰਥ ਹੈ, ਦੂਜਾ ਨਹੀਂ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਹੁਣ ਉਸ ਬੋਲਣ ਤੋਂ ਗੂੰਗੇ ਹਾਂ ਜਿਸ ਬੋਲਣ ਦੇ ਕਰਕੇ ਦਵੈਤ, ਅਗਿਆਨ, ਅਵਿਦਿਆ ਪੈਦਾ ਹੁੰਦੀ ਹੈ। ਉਸ ਸੁਣਨ ਤੋਂ ਦੂਰ ਹਾਂ ਜਿਹਦੇ ਸੁਣਨ ਨਾਲ ਹਿਰਦਾ ਅਸ਼ਾਂਤ ਹੁੰਦਾ ਹੈ, ਅਤੇ ਉਸ ਚੱਲਣ ਦੀ ਸਮਰੱਥਾ ਤੋਂ ਪਿੰਗਲੇ ਹਾਂ ਜਿਹੜੇ ਚੱਲਣ ਕਰਕੇ ਮਾਲਕ ਤੋਂ ਦੂਰੀ ਵੱਧਦੀ ਹੈ। ਇਸੇ ਤਰ੍ਹਾਂ ਫਿਰ ਸਤਿਗੁਰੂ ਦੀ ਮਹਿਮਾ ਦਾ ਬਿਆਨ ਕੀਤਾ ਸੀ ਕਿ ਉਹਦੇ ਇੱਕ ਸ਼ਬਦ ਉਪਦੇਸ਼ ਦੇ ਬਾਣ ਨੇ ਸਾਡੇ ਸਮੁੱਚੇ ਜੀਵਨ ਦੀ ਕਾਰ ਬਦਲ ਦਿੱਤੀ ਹੈ। ਅਤੇ ਇਹਦੇ ਲਈ ਨੁਕਤਾ ਅਰਜ਼ ਕੀਤਾ ਸੀ ਕਿ ਸਾਨੂੰ ਸ਼ਬਦ ਦੇ ਅਭਿਆਸ ਵਿੱਚ ਜੁੜ ਕੇ ਸ਼ਬਦ ਦੀ ਚੋਟ ਨੂੰ ਸਹਿਣਾ ਅਤੇ ਮੰਨਣਾ ਚਾਹੀਦਾ ਹੈ। ਰੋਜ਼ਾਨਾ ਅਸੀਂ ਬਾਣੀ ਦੇ ਵਾਕ ਪੜ੍ਹਦੇ ਹਾਂ। ਆਨੰਦ ਸਾਹਿਬ ਦੀ ਬਾਣੀ ਦਾ ਜ਼ਿਕਰ ਕੀਤਾ ਜਾਵੇ, ਇਹ ਨੇਤਰੋ ਮੇਰਿਓ, ਇਹ ਸਰਵਣੋ ਮੇਰਿਓ, ਇਹ ਰਸਨਾ ਤੂੰ ਅਨ ਰਸ ਰਾਚ ਰਹੀ। ਇਹ ਰੋਜ਼ਾਨਾ ਸੁਣ ਕੇ ਇਹਦੇ ਨਾਲ ਹੋਏਗਾ ਕਿ ਹਿਰਦਾ ਨਿਰਮਲ ਹੋਏਗਾ। ਜਿਵੇਂ ਜਿਵੇਂ ਇਹਦੇ ਨਾਲ ਹਿਰਦਾ ਨਿਰਮਲ ਹੋਏਗਾ, ਜੀਵਨ ਦੇ ਕਿਸੇ ਪੱਖ 'ਤੇ ਆ ਕੇ ਜਦ ਸ਼ਬਦ ਨੇ, ਇਹ ਪਹਿਲਾ ਸਾਡਾ ਭਗਤੀ ਰੂਪ ਯਤਨ ਹੈ ਜਿਹੜਾ ਰੋਜ਼ਾਨਾ ਇਸ ਵਾਕਾਂ ਨੂੰ ਪੜ੍ਹਨਾ, ਪਰ ਜਿੱਦਣ ਸਾਡੀ ਅਵਸਥਾ ਭਗਤੀ ਦੇ ਸਹਿਤ ਰੰਗੀ ਗਈ, ਕਿਸੇ ਦਿਨ ਇਹਨਾਂ 'ਚੋਂ ਕੋਈ ਇੱਕ ਵਾਕ ਇਸ ਤਰ੍ਹਾਂ ਚੋਟ ਕਰੇਗਾ ਕਿ ਜੀਵਨ ਦੀ ਸਮੁੱਚੀ ਤਰਜ ਹੀ ਬਦਲ ਕੇ ਰਹਿ ਜਾਏਗੀ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਨਿਰਮਲ ਬੂੰਦ ਆਕਾਸ ਕੀ, ਪਰ ਗਈ ਭੂਮ ਬਿਕਾਰ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਨਿਰਮਲ ਬੂੰਦ ਆਕਾਸ ਕੀ, ਕਿ ਆਕਾਸ਼ ਦੇ ਵਿੱਚੋਂ ਵਰਸਣ ਵਾਲੀ ਵਰਖਾ ਦੀ ਬੂੰਦ ਜਿਹੜੀ ਬੜੀ ਸਵੱਛ ਸੀ, ਬੜੀ ਨਿਰਮਲ ਸੀ। ਕਹਿੰਦੇ ਭੂਮੀ ਭਾਵ ਜ਼ਮੀਨ ਦੇ ਉੱਪਰ ਵਰਖ ਕੇ ਡਿੱਗ ਪਈ ਹੈ,
ਤੇ ਵਕਾਰ ਹੋ ਗਈ ਹੈ, ਵਿਅਰਥ ਚਲੀ ਗਈ ਹੈ। ਬਿਨ ਸੰਗਤਿਓਂ ਮਨ ਨਹੀਂ ਹੋਏ ਗਈ ਪਠਸ਼ਾਰ। ਤੇ ਬਿਨਾਂ ਸੰਗਤ ਤੋਂ ਮਨੁੱਖ ਦੀ ਜੀਵਨ ਦੀ ਹਾਲਤ ਇਵੇਂ ਹੈ ਜਿਵੇਂ ਅੱਗ ਦੇ ਬਲਦੇ ਹੋਏ ਭੱਠ ਦੇ ਵਿੱਚ ਕੋਈ ਵਸਤ ਸੁੱਟ ਦਈਏ, ਚਾਹੇ ਲੋਹੇ ਦੀ ਹੋਵੇ, ਚਾਹੇ ਬੜੀ ਕੀਮਤੀ ਧਾਤ ਹੋਵੇ, ਕਿਸੇ ਵੀ ਤਰ੍ਹਾਂ ਦੀ ਵਸਤ ਅੱਗ ਦੇ ਵਿੱਚ ਸੁੱਟ ਦਈਏ, ਉਹ ਸੜ ਕੇ ਸੁਆਹ ਹੋ ਜਾਂਦੀ ਹੈ। ਇੰਝ ਹੀ ਮਨੁੱਖ ਦੇ ਜੀਵਨ ਦੀ ਹਾਲਤ ਹੋ ਜਾਂਦੀ ਹੈ ਜਦੋਂ ਸੰਗਤ ਦੇ ਵਿੱਚ, ਅਭਿਆਸ ਵਿੱਚ ਨਹੀਂ ਰਹਿੰਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਬੀਰ ਨਿਰਮਲ ਬੂੰਦ ਆਕਾਸ਼ ਕੀ। ਇਸ ਵਾਕ ਦੇ ਦੋ ਭਾਵ ਆਪ ਦੇ ਸਨਮੁਖ ਅਰਜ ਕਰਾਂ। ਜਦੋਂ ਭਗਤ ਕਬੀਰ ਸਾਹਿਬ ਜੀ ਨੇ ਨਿਰਮਲ ਸ਼ਬਦ ਵਰਤਿਆ ਹੈ ਤਾਂ ਇਹਦੇ ਦੋ ਅਨੁਭਵ ਹਨ। ਇਹਦਾ ਅਨੁਭਵ ਇਹ ਹੈ ਕਿ ਜਦ ਮਨੁੱਖ ਦੇ ਜੀਵਨ ਦੀ ਆਰੰਭਤਾ ਹੈ ਜਾਂ ਜਗਤ ਵਿੱਚ ਜੋ ਆਉਣਾ ਹੈ, ਜੇ ਉਹਨੂੰ ਅਸੀਂ ਪ੍ਰਭੂ ਦੀ ਕਿਰਪਾ ਦੇ ਤਸੱਵਰ ਦੇ ਵਿੱਚ ਸਮਝੀਏ ਕਿ ਉਹ ਕੀ ਹੈ, ਤਾਂ ਉਹ ਠੀਕ ਅਰਥਾਂ ਦੇ ਵਿੱਚ ਨਿਰਮਲ ਅਵਸਥਾ ਹੈ ਬੰਦੇ ਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬੂੰਦ ਸ਼ਬਦ ਵੀ ਇਸ ਕਰਕੇ ਵਰਤਿਆ ਕਿਉਂਕਿ ਸਿਰਜਣਾ ਵੀ ਸਾਰੀ ਇੱਕ ਬੂੰਦ ਤੋਂ ਹੁੰਦੀ ਹੈ, ਰਚਨਾ ਵੀ ਸਾਰੀ ਇੱਕ ਬੂੰਦ ਤੋਂ ਹੁੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ। ਆਕਾਸ਼ ਦਾ ਭਾਵ ਸਾਡਾ ਆਤਮ, ਜਿਹੜਾ ਸਾਡੇ ਅੰਦਰ ਆਤਮ ਤੱਤ ਹੈ, ਉਹਨੂੰ ਆਕਾਸ਼ ਕਿਹਾ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਮਲ ਦਾ ਅਰਥ ਹੁਣ ਇਹ ਬਣਦਾ ਹੈ ਕਿ ਜਨਮ ਜਾਤ ਜਿੰਨੀ ਪਵਿੱਤਰਤਾ, ਸ਼ੁੱਧਤਾ, ਲਿਵਲੀਨਤਾ, ਮਗਨਤਾ, ਦਵੈਤ ਮੁਕਤੀ, ਪਰਮ ਚੇਤਨਤਾ ਤੇ ਮਨੁੱਖ ਦਾ ਆਨੰਦ ਮਗਨਤਾ ਜਿੰਨੀ ਸਾਡੇ ਜਨਮ ਦੇ ਨਾਲ ਹੈ, ਉਨੀ ਸਾਡੇ ਬਾਅਦ ਵਾਲੇ ਜੀਵਨ ਦੇ ਵਿੱਚ ਨਹੀਂ ਹੈ। ਜਨਮ ਦਾ ਆਰੰਭ ਹੈ, ਸੰਸਾਰ ਦਾ, ਮਾਇਆ ਦਾ, ਪਦਾਰਥ ਦਾ, ਵਕਾਰਾਂ ਦਾ ਕੋਈ ਬੋਧ ਮਾਤਰ ਤੱਕ ਵੀ ਨਹੀਂ ਹੈ, ਇੱਕ ਫੁਰਨੇ ਰੂਪ ਬੋਧ ਵੀ ਨਹੀਂ ਹੈ। ਪਰ ਹੌਲੀ ਹੌਲੀ ਮਨੁੱਖ ਦੀ ਪਵਿੱਤਰਤਾ ਗਵਾਚਦੀ ਹੈ। ਇੰਝ ਹੀ ਮਨੁੱਖ ਜਦ ਜਨਮਜਾਤ ਜੰਮਦਾ ਹੈ, ਉਹਦੀ ਪਵਿੱਤਰਤਾ ਇੰਨੀ ਹੈ, ਉਹਦੇ ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ ਹਨ, ਉਹਨਾਂ ਦੇ ਉੱਪਰ ਕੋਈ ਮੈਲ ਦਾ ਇੱਕ ਕਿਣਕਾ ਮਾਤਰ ਵੀ ਅੰਸ਼ ਨਹੀਂ ਡਿੱਗਦਾ। ਇਹ ਸਾਰੀ ਪਵਿੱਤਰਤਾ ਨੂੰ, ਸ਼ੁੱਧਤਾ ਨੂੰ ਲੈ ਕੇ ਨਿਰਮਲ ਰੂਪ ਦੇ ਵਿੱਚ ਬੰਦਾ ਧਰਤੀ 'ਤੇ ਪੈਦਾ ਹੁੰਦਾ ਹੈ। ਅਤੇ ਦੁਨੀਆ ਦੇ ਵੱਡੇ ਅਧਿਆਤਮਿਕ ਪੁਰਸ਼ਾਂ ਨੇ ਕਿਹਾ ਕਿ ਮਨੁੱਖ ਜਦੋਂ ਤੱਕ ਆਪਣੇ ਆਰੰਭ ਦੀ ਪਵਿੱਤਰਤਾ ਨੂੰ, ਸ਼ੁੱਧਤਾ ਨੂੰ, ਉਚਾਈ ਨੂੰ ਨਹੀਂ ਸਮਝੇਗਾ, ਉਹਨਾਂ ਚਿਰ ਉਹ ਦੁਨੀਆ ਦੇ ਵਿੱਚ ਅਧਿਆਤਮਿਕ ਸਾਧਨਾ ਠੀਕ ਢੰਗ ਦੇ ਨਾਲ ਨਹੀਂ ਕਰ ਸਕਦਾ। ਅੱਜ 20-25 ਸਾਲ ਦੀ ਉਮਰ 'ਤੇ, 50-60 ਸਾਲ ਦੀ ਉਮਰ 'ਤੇ, 80-90 ਸਾਲ ਦੀ ਉਮਰ ਦੇ ਪੜਾਅ 'ਤੇ ਖਲੋਤੇ ਹਾਂ ਅਤੇ ਜਦੋਂ ਨਿਰਪੱਖ ਹੋ ਕੇ ਆਪਣੇ ਆਪ ਨੂੰ ਵਾਚਦੇ ਹਾਂ, ਔਗੁਣਾਂ ਦਾ ਚਿੱਤ ਉੱਪਰ ਭਾਰ ਹੈ, ਮਾੜੇ ਫੁਰਨਿਆਂ ਕਰਕੇ ਚਿੱਤ ਮਲੀਨ ਹੈ, ਜੀਵਨ ਦੇ ਵਿੱਚ ਅਨੈਤਿਕ ਕਰਨੀ ਕਰਕੇ ਇੱਕ ਖਾਸ ਤਰ੍ਹਾਂ ਦੇ ਭੈ ਦਾ ਖੌਫ ਬਣਿਆ ਹੋਇਆ ਹੈ। ਇਹ ਕਾਹਦੇ ਕਰਕੇ ਹੈ ਕਿ ਅਸੀਂ ਜਿਹੜੀ ਸਾਡੀ ਨਿਰਮਲਤਾ ਆਰੰਭ ਦੇ ਨਾਲ, ਮਾਲਕ ਤੋਂ ਉਪਜਣ ਦੇ ਨਾਲ ਪੈਦਾ ਹੋਈ ਸੀ, ਉਸ ਸਾਰੀ ਨੂੰ ਇਸ ਸ੍ਰਿਸ਼ਟ 'ਤੇ ਆ ਕੇ ਦਿਨ ਬਾਅਦ ਦਿਨ ਗਵਾਇਆ ਹੈ, ਦਿਨ ਬਾਅਦ ਦਿਨ ਘਟਾਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ। ਆਕਾਸ਼ ਤੋਂ ਜਦ ਡਿੱਗੀ ਹੈ, ਬੜੀ ਪਵਿੱਤਰ ਹੈ, ਟਰਾਂਸਪੇਰੈਂਟ ਹੈ, ਜਿਵੇਂ ਜਲ ਦੇ ਵਿੱਚੋਂ ਆਰ ਪਾਰ ਦਿਖ ਜਾਂਦਾ ਹੈ, ਦੂਸਰੀ ਤਰਫ ਵੀ ਹੋਵੇ। ਇੰਝ ਹੀ ਮਨੁੱਖ ਦਾ ਆਤਮ ਜੀਵਨ ਇੰਨਾ ਜ਼ਿਆਦਾ ਟਰਾਂਸਪੇਰੈਂਟ ਸੀ, ਪਾਰਦਰਸ਼ੀ ਸੀ ਕਿ ਇਹਦੇ ਵਿੱਚੋਂ ਪ੍ਰਭੂ ਹੁਕਮ, ਪ੍ਰਭੂ ਪ੍ਰਕਾਸ਼, ਪ੍ਰਭੂ ਨੂਰ ਝਰਦਾ ਸੀ ਅਤੇ ਇਹਨੂੰ ਪ੍ਰਭੂ ਦਾ ਹੀ ਤਸੱਵਰ ਆਖਿਆ ਜਾਂਦਾ ਸੀ, ਮਾਲਕ ਦਾ। ਪਰ ਹੁਣ ਜੀਵਨ ਦੇ ਵਿੱਚ ਇੰਨੀ ਮੈਲ ਉਤਾਰਨੀ ਸ਼ੁਰੂ ਕਰ ਦਿੱਤੀ ਹੈ ਕਿ ਹੁਣ ਜੀਵਨ ਦੇ ਵਿੱਚ ਜਿਹੜੇ ਨਕਸ਼ ਬਣਦੇ ਨੇ, ਉਹ ਬਣਦੇ ਨੇ ਪਾਪੀ, ਅਵਗੁਣ, ਅਪਰਾਧੀ, ਚੋਰ, ਅਨੈਤਿਕ ਕਰਮ ਕਰਨ ਵਾਲਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ, ਕਿ ਜਿਹੜੀ ਤੇਰੀ ਪ੍ਰਭੂ ਤੋਂ ਰਚਨਾ ਹੋਣੀ ਹੈ ਉਹ ਆਕਾਸ਼ ਵਾਂਗ ਉਚਾਈ ਤੋਂ ਹੁੰਦੀ ਹੈ ਅਤੇ ਨਿਰਮਲ ਰੂਪ ਵਿੱਚ ਹੁੰਦੀ ਹੈ। ਇਸ ਕਰਕੇ ਜਿਹੜਾ ਸਾਨੂੰ ਅਸੀਂ ਵਾਕ ਪੜ੍ਹਦੇ ਨਾ ਭਗਤ ਕਬੀਰ ਸਾਹਿਬ ਜੀ ਦੇ ਇਸੇ ਪ੍ਰਕਾਰ ਕਿ ਨਿਰਮਲ ਬੂੰਦ ਆਕਾਸ਼ ਕੀ, ਉਹ ਨਿਰਮਲਤਾ ਦੇ ਪ੍ਰਭਾਵ ਨੂੰ, ਉਸ ਨਿਰਮਲਤਾ ਦੇ ਸਾਰੇ ਆਲਮ ਨੂੰ ਸਮਝਣਾ ਪੈਂਦਾ। ਇਹਦੇ ਮੈਂ 2-3 ਨੁਕਤੇ ਆਪ ਦੇ ਸਨਮੁਖ ਰੱਖਾਂ ਕਿ ਸਾਨੂੰ ਕਿਵੇਂ ਪਤਾ ਵੀ ਨਿਰਮਲ ਦਾ ਅਰਥ ਜਿਹਦੇ ਵਿੱਚ ਕੋਈ ਮਲ ਨਹੀਂ ਹੈ, ਜਿਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮੈਲ ਦਾ ਅੰਸ਼ ਨਹੀਂ ਹੈ। ਹੁਣ ਇਹ ਕਿਸ ਤਰ੍ਹਾਂ ਹੈ? ਇੱਕ ਬੱਚਾ ਜਦ ਜਨਮ ਲੈਂਦਾ, ਉਹਦੇ ਕੋਲੋਂ ਸਭ ਤੋਂ ਪਹਿਲਾਂ ਸੰਸਾਰ ਦੇ ਬੋਧ ਦਾ
ਕੋਈ ਕਾਰਨ ਉਹਦੇ ਕੋਲ ਹੈ ਹੀ ਨਹੀਂ। ਸੰਸਾਰ ਦੀ ਇੱਥੋਂ ਤੱਕ ਕਿ ਜਿਸ ਗ੍ਰਹਿ ਵਿੱਚੋਂ ਜੰਮਿਆ ਹੈ, ਉਸ ਗ੍ਰਹਿ ਵਿੱਚ ਪੈਦਾ ਹੋਣ ਦਾ ਵੀ ਉਹਨੂੰ ਬੋਧ ਨਹੀਂ। ਇਸ ਕਰਕੇ ਜਿਨ੍ਹਾਂ ਦੇ ਅੰਗ ਸੰਗ ਹੱਥਾਂ ਵਿੱਚ ਵਿਚਰਿਆ, ਉਹਨਾਂ ਦੇ ਵੀ ਆਪਣੇ ਪਰਾਏ ਹੋਣ ਦਾ ਬੋਧ ਨਹੀਂ। ਜਿਹੜੀਆਂ ਵਸਤਾਂ ਨੂੰ ਦੇਖ ਰਿਹਾ, ਉਹਨਾਂ ਦੇ ਵੀ ਚੰਗੇ ਮੰਦੇ ਹੋਣ ਦੀ ਕੋਈ ਪਰਖ ਨਹੀਂ। ਜੀਵਨ ਦੇ ਆਲੇ ਦੁਆਲੇ ਜੋ ਚੰਗਾ ਮੰਦਾ ਊਚ ਨੀਚ ਵਾਪਰਿਆ ਹੈ, ਇਸ ਦੀ ਵੀ ਕੋਈ ਸੋਝੀ ਨਹੀਂ। ਇਹ ਨਿਰਮਲਤਾ ਹੁੰਦੀ ਹੈ ਅਤੇ ਇਹ ਬੰਦੇ ਦੀ ਹੌਲੀ ਹੌਲੀ ਗਵਾਚਦੀ ਹੈ। ਜਿਉਂ-ਜਿਉਂ ਜੀਵਨ ਦਾ ਸਿਲਸਿਲਾ ਅੱਗੇ ਵੱਧਦਾ ਹੈ ਅਤੇ ਫਿਰ ਭਗਤ ਕਬੀਰ ਸਾਹਿਬ ਜੀ ਨੇ ਤਾਂ ਕਿਹਾ ਕਿ ਕਿੰਨਾ ਨਿਰਮਲ ਤੂੰ ਆਰੰਭ ਹੋਇਆ ਸੀ ਤੇਰਾ, ਹੁਣ ਜ਼ਮੀਨ 'ਤੇ ਡਿੱਗਿਆ ਤਾਂ ਹੁਣ ਜ਼ਮੀਨ ਦੇ ਉੱਪਰੋਂ ਡਿੱਗਿਆ। ਬੜੀ ਸ਼ਵਸ਼ ਸੀ, ਜ਼ਮੀਨ 'ਤੇ ਡਿੱਗਿਆ ਤਾਂ ਜ਼ਮੀਨ ਦਾ ਧੂੜ ਕਣ ਇਸ ਉਹਦੇ ਵਿੱਚ ਸ਼ਾਮਲ ਹੋ ਗਿਆ ਬੂੰਦ ਦੇ ਵਿੱਚ, ਅਤੇ ਬੂੰਦ ਮਲੀਨ ਹੋ ਗਈ ਅਤੇ ਇਹਦੀ ਹਸਤੀ ਮਿਟ ਗਈ। ਇਹ ਮਨੁੱਖੀ ਜੀਵਨ ਦਾ ਬੜਾ ਵੱਡਾ ਸੰਕਟ ਹੈ ਕਿ ਉਹ ਆਪਣੇ ਜੀਵਨ ਦੀ ਸਾਰੀ ਪਵਿੱਤਰਤਾ ਨੂੰ, ਸ਼ੁੱਧਤਾ ਨੂੰ ਆਪਣੇ ਜਨਮ ਦੇ ਨਾਲ ਹੀ ਗਵਾ ਦਿੰਦਾ। ਇਸ ਕਰਕੇ ਭਗਤਾਂ ਨੇ ਜਨਮ ਨੂੰ ਦੁੱਖ ਕਿਹਾ। ਦੁੱਖ ਕਿਹਾ ਕਿ ਇਹਦੇ ਹੋਣ ਨਾਲ ਹੀ ਮਨੁੱਖ ਦਾ ਸਾਰਾ ਕੁਝ ਗਵਾਚ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਤਾਂ ਕਿਹਾ, ਰੋਵੈ ਰਤਨ ਗਵਾਏ ਕਹਿ, ਕਿ ਉਹ ਅਸਲ ਦੇ ਵਿੱਚ ਜਿਹੜੀ ਲਿਵਲੀਨਤਾ ਜਿਹੜੀ ਉਹਦੀ ਬਣੀ ਹੋਈ ਸੀ, ਉਹਨੂੰ ਜਨਮ ਦੇ ਨਾਲ ਛੱਡਣੀ ਪਈ, ਕਿਉਂਕਿ ਦੇਹਾ ਸਰੂਪ ਦਾ ਅਭਿਆਸ ਟੁੱਟ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬਕਾਰ। ਧਰਤੀ 'ਤੇ ਡਿੱਗ ਕੇ ਇੱਕ ਇੱਛਾ ਸੀ ਕਿ ਧਰਤੀ 'ਤੇ ਵਰਸਣਾ ਹੈ, ਪਰ ਇਸ ਖਤਰੇ ਤੋਂ, ਇਸ ਸੰਕਟ ਤੋਂ ਅਣਜਾਣ ਸੀ ਕਿ ਧਰਤੀ 'ਤੇ ਡਿੱਗਣ ਦੇ ਨਾਲ ਹੀ ਇਹਨੇ ਮੈਲੀ ਹੋ ਜਾਣਾ ਹੈ ਜਾਂ ਵਿਅਰਥ ਹੋ ਜਾਣਾ ਹੈ। ਇਹਦੀ ਪਵਿੱਤਰਤਾ, ਇਹਦੀ ਸ਼ੁੱਧਤਾ, ਇਹਦੀ ਉਚਾਈ ਸਭ ਕੁਝ ਖਤਮ ਹੋ ਜਾਣਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਆਖਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬਕਾਰ। ਧਰਤੀ 'ਤੇ ਡਿੱਗਣ ਦੇ ਨਾਲ, ਮਨੁੱਖਾ ਜਨਮ ਹੋਣ ਦੇ ਨਾਲ ਹੀ ਇਹਦੀ ਸਾਰੀ ਪਵਿੱਤਰਤਾ ਜਾਂਦੀ ਰਹੀ ਹੈ, ਪਹਿਲਾ ਭਾਵ। ਦੂਜਾ ਭਾਵ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਹੁਣ ਜਿਹੜਾ ਸਾਡਾ ਹਿਰਦਾ ਹੈ, ਇਹ ਜਦ ਸ਼ਬਦ ਦੀ ਸਾਧਨਾ ਦੇ ਨਾਲ ਨਿਰਮਲ ਨਾ ਹੋਇਆ ਹੋਵੇ, ਜਦ ਇਹ ਚੰਗੀ ਤਰ੍ਹਾਂ ਠੀਕ ਤਰੀਕੇ ਨਾਲ ਇਹਨੂੰ ਸਾਧਿਆ ਨਾ ਹੋਵੇ, ਇਹਦੇ ਅੰਦਰ ਸ਼ਰਧਾ, ਵਿਸ਼ਵਾਸ, ਜਗਿਆਸਾ, ਗਿਆਨ ਦੀ ਵਿਚਾਰ, ਸ਼ਬਦ ਦੇ ਨਾਲ ਇੱਕ ਸੁਰ ਹੋਣਾ, ਜਦੋਂ ਇਸ ਤਰ੍ਹਾਂ ਦੇ ਭਾਵ ਸਾਡੇ ਹਿਰਦੇ ਵਿੱਚ ਨਾ ਹੋਣ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਿਰਮਲ ਬੂੰਦ ਆਕਾਸ਼ ਕੀ। ਗੁਰੂ ਦੇ ਸ਼ਬਦ ਉਪਦੇਸ਼ ਤੋਂ ਪੈਦਾ ਹੋਣ ਵਾਲੀ ਗਿਆਨ ਰੂਪ ਜਿਹੜੀ ਬੂੰਦ ਹੈ, ਜਿਹੜੀ ਬੜੀ ਨਿਰਮਲ ਹੈ, ਜਦੋਂ ਅਸਾਧਿਆਂ ਹਿਰਦਿਆਂ 'ਤੇ ਪੈਂਦੀ ਹੈ, ਜਿਹੜੇ ਹਿਰਦੇ ਕੱਲਰ ਵਾਂਗ ਹਨ, ਅਣਵਾਹੇ ਹਨ, ਬੜੇ ਕਠੋਰ ਹਨ, ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦੀ ਬੂੰਦ ਇਹਨਾਂ ਹਿਰਦਿਆਂ 'ਤੇ ਪੈਂਦੀ ਹੈ, ਉਦੋਂ ਵੀ ਵਕਾਰ ਹੋ ਜਾਂਦੀ ਹੈ। ਵਕਾਰ ਦਾ ਭਾਵ ਵਿਅਰਥ ਚਲੀ ਜਾਂਦੀ ਹੈ। ਉਹ ਕਿਸ ਤਰ੍ਹਾਂ ਵਿਅਰਥ ਚਲੀ ਜਾਂਦੀ ਹੈ? ਜੀਵਨ ਦੇ ਵਿੱਚ ਅਸੀਂ ਸਤਿਗੁਰੂ ਦੀ ਬਾਣੀ ਦੇ ਵਾਕ ਪੜ੍ਹਦੇ ਹਾਂ, ਬਾਣੀ ਦੇ, ਕਿਉਂਕਿ ਹੁਣ ਕਈ ਦਫਾ ਮਨੁੱਖ ਇਤਨੀ ਬਾਣੀ ਪੜ੍ਹਦਾ ਹੈ, ਉਹਦੇ ਚਿੱਤ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸ ਕਰਕੇ ਹੁਣ ਉਦਾਹਰਨ ਦੇ ਤੌਰ 'ਤੇ ਆਪਣੀ ਅਧਿਆਤਮਿਕਤਾ ਨੂੰ ਕਿਸਾਨੀ ਤੋਂ ਵੀ ਸਿੱਖਿਆ ਜਾ ਸਕਦਾ ਹੈ। ਦੁਨੀਆ ਦਾ ਕੋਈ ਅਜੇ ਤੱਕ ਐਸਾ ਕਿਸਾਨ ਨਹੀਂ ਹੋਇਆ ਜਿਹਨੇ ਬਿਨਾਂ ਜ਼ਮੀਨ ਵਾਹੇ ਬੀਜ ਬੀਜਿਆ ਹੋਵੇ। ਬਿਨਾਂ ਜ਼ਮੀਨ ਵਾਹੇ ਭਾਵ ਕਿ ਜਿਵੇਂ ਉਹ ਕਠੋਰ ਹੁੰਦੀ ਹੈ, ਉਹਦੇ ਅੰਦਰ ਬਹੁਤ ਸਖਤਪੁਣਾ ਹੁੰਦਾ ਹੈ, ਕਦੇ ਇਸੇ ਤਰ੍ਹਾਂ ਕਿਸੇ ਕਿਸਾਨ ਨੇ ਬੀਜ ਸੁੱਟ ਦਿੱਤਾ ਹੋਵੇ ਫਸਲ ਦੇ ਵਿੱਚ, ਕਦੀ ਨਹੀਂ ਕਰਦਾ। ਉਹ ਸਭ ਤੋਂ ਪਹਿਲਾਂ ਆਪਣੀ ਫਸਲ ਨੂੰ, ਆਪਣੇ ਖੇਤ ਨੂੰ ਬਹੁਤ ਗਹਿਰਾ ਵਾਹੁੰਦਾ ਹੈ ਅਤੇ ਬਿਲਕੁਲ ਬਾਰੀਕ ਕਰਦਾ ਹੈ, ਜਦੋਂ ਤੱਕ ਉਹਨੂੰ ਪਤਾ ਹੈ ਕਿ ਜੇ ਕਠੋਰ ਹੋਇਆ ਤਾਂ ਇਹਨੇ ਬੀਜ ਦੇ ਪੁੰਗਰਨ ਦੀ ਸੰਭਾਵਨਾ ਨੂੰ ਖਤਮ ਕਰ ਦੇਣਾ ਅਤੇ ਬੀਜ ਵੀ ਵਿਅਰਥ ਜਾਂਦਾ ਰਹੇਗਾ। ਇਸ ਕਰਕੇ ਜਿਹੜਾ ਹਿਰਦਾ ਪਹਿਲਾਂ ਹੀ ਕੂੜ ਨਾਲ ਭਰਿਆ ਹੋਇਆ ਹੈ, ਜਿਹੜੇ ਹਿਰਦੇ ਵਿੱਚ ਸੱਚ ਸਮਾਉਣ ਦੀ ਥਾਂ ਹੀ ਨਹੀਂ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ ਕਦੇ ਇਸ ਗੱਲ ਨੂੰ ਦੇਖਣਾ, ਮੈਂ ਕਈ ਵਾਰੀ ਇਸ ਤਰ੍ਹਾਂ ਦੇ ਆਪਣੇ ਨਿੱਜ ਕਰਦਾ ਰਹਿੰਦਾ। ਕਈ ਵਾਰੀ ਸਾਡੇ ਘਰ ਦੇ ਵਿੱਚ ਤਵਾ ਅਧਿਕ ਤਪਿਆ ਹੁੰਦਾ ਨਾ, ਤਾਂ ਉਹਦੇ 'ਚ ਇੱਕ ਪਾਣੀ ਦਾ ਬੂੰਦ ਸੁੱਟ ਕੇ ਦੇਖਣਾ, ਉਹ ਟਿਕਦੀ ਨਹੀਂ, ਡਿੱਗਦੇ ਸਾਰ ਹੀ ਸੜ ਜਾਂਦੀ ਹੈ, ਉਹ ਤਬਾਹ ਹੋ ਜਾਂਦੀ ਹੈ ਉਹਦੇ ਡਿੱਗਦੇ ਸਾਰ ਹੀ। ਇੰਝ ਹੀ ਜਦੋਂ ਮਨੁੱਖ ਦਾ ਹਿਰਦਾ ਵਕਾਰਾਂ, ਕੂੜ, ਅਗਿਆਨ, ਭਰਮ, ਦਵੈਤ, ਇਹਦੇ ਸਾਰੇ ਦੇ ਨਾਲ ਤਪਿਆ ਜਾਂ ਅਸਾਧਿਆ ਹੁੰਦਾ, ਜਾਂ ਕੱਲਰ ਵਾਂਗ ਹੁੰਦਾ, ਅਣਵਾਹਿਆ ਹੁੰਦਾ ਹੈ, ਅਤੇ ਗੁਰੂ ਸ਼ਬਦ ਉਪਦੇਸ਼ ਦੀ ਜਿਹੜੀ ਅੰਮ੍ਰਿਤ ਰੂਪ ਬੂੰਦ ਹੈ, ਇਹਦੇ 'ਤੇ ਨਹੀਂ ਅਸਰ ਕਰਦੀ। ਕਿਉਂਕਿ ਜਿਸ ਧਰਤੀ 'ਤੇ ਅੰਮ੍ਰਿਤ ਦੀ, ਗੁਰੂ ਦੇ ਸ਼ਬਦ ਰੂਪ ਗਿਆਨ ਦੀ ਬੂੰਦ ਜਿਹੜੀ ਨਿਰਮਲ ਹੈ ਅਤੇ ਇਹਨੂੰ ਨਿਰਮਲ ਕਰਨ ਦੀ ਸਮਰੱਥਾ ਰੱਖਦੀ ਹੈ, ਜਦੋਂ ਇੱਥੇ ਡਿੱਗਦੀ ਹੈ, ਹਿਰਦੇ ਦੇ ਉੱਪਰ ਪੈਂਦੀ ਹੈ, ਅਤੇ ਹਿਰਦਾ ਵਕਾਰਾਂ
ਜਾਂ ਦਵੈਤ ਦੇ ਨਾਲ ਕਠੋਰ ਹੋਣ ਕਰਕੇ ਉਹ ਬੇਕਾਰ ਹੋ ਜਾਂਦੀ ਹੈ, ਭਾਵ ਕਿ ਉਹਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸ ਕਰਕੇ ਪਹਿਲੇ ਭਾਵ ਦੇ ਵਿੱਚ ਵੀ ਮਨੁੱਖ ਦਾ ਸੰਕਟ ਸਮਝ ਆਉਂਦਾ ਹੈ, ਦੂਜੇ ਰੂਪ 'ਚ ਵੀ ਸੰਕਟ ਹੀ ਸਮਝ ਆਉਂਦਾ ਹੈ ਕਿ ਬਾਣੀ ਇਹਨਾਂ ਨੂੰ ਇੰਨੀ ਸੁਣਾਈ ਗਈ ਹੈ, ਗਿਆਨ ਦੀ ਦੀਰਘ ਚਰਚਾ ਸੁਣਾਈ ਗਈ ਹੈ, ਸ਼ਬਦ ਅਨੁਭਵ ਦੇ ਹਜ਼ਾਰਾਂ ਪੱਖ ਦੱਸੇ ਗਏ ਨੇ, ਪਰ ਫਿਰ ਵੀ ਮਨੁੱਖ ਦੀ ਸੁਰਤ, ਉਹਦਾ ਮਨ, ਉਹਦਾ ਅੰਤਰੀਵ ਸਾਧਣ ਵਾਲੇ ਪਾਸੇ ਨਹੀਂ ਆਉਂਦਾ। ਅਤੇ ਇਹਦਾ ਭਾਵ ਹੈ ਕਿ ਪਰ ਗਈ ਭੂਮ ਵਿਕਾਰ, ਇਹ ਸਾਰਾ ਕੁਝ ਵਿਅਰਥ 'ਤੇ ਪਾਇਆ ਜਾ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ। ਕਈ ਵਾਰੀ ਮਨੁੱਖ ਦਾ ਹਿਰਦਾ ਐਸਾ ਹੁੰਦਾ ਹੈ। ਇਹ ਵੀ ਬਹੁਤ ਘੱਟ ਐਸੇ ਸਤਸੰਗੀ ਮਿਲਦੇ ਹਨ ਜਿਹੜੇ ਇਸ ਗੱਲ ਨੂੰ ਕਬੂਲ ਲੈਂਦੇ ਨੇ। ਕਿਸੇ ਦਫਾ ਮੇਰੇ ਸਾਹਮਣੇ 2-3 ਅਜੇ ਤੱਕ ਕਬੂਲਿਆ ਕਿ ਜੀ ਅਸੀਂ ਕਈ ਵਰਸ਼ ਹੋ ਗਏ ਸਾਨੂੰ ਬਾਣੀ ਪੜ੍ਹਦਿਆਂ ਨੂੰ, ਸਾਡੀ ਬਾਣੀ ਨਾਲ ਇੱਕ ਸੁਰਤਾ ਨਹੀਂ ਬਣਦੀ, ਇੱਕ ਸਕਿੰਟ ਦੀ ਵੀ ਨਹੀਂ ਬਣਦੀ, 1 ਮਿੰਟ ਜਾਂ 1 ਘੰਟਾ ਤਾਂ ਕੀ, ਬਾਣੀ ਕੰਠ ਹੈ, ਬਾਣੀ ਦੇ ਅਰਥ ਵੀ ਯਾਦ ਨੇ, ਪਰ ਜਦ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਨ ਦਾ ਕਰਮ ਕਰਦੇ ਹਾਂ, ਇੱਕ ਸੁਰਤਾ ਨਹੀਂ ਬਣਦੀ, ਉਹ ਕੇਵਲ ਕਰਮ ਵੱਖਰਾ ਰਹਿ ਜਾਂਦਾ, ਅਸੀਂ ਵੱਖਰੇ ਰਹਿ ਜਾਂਦੇ ਹਾਂ। ਤਾਂ ਇਹ ਜਦੋਂ ਉਹ ਵਾਕ ਕਹਿੰਦੇ ਨੇ ਤਾਂ ਇਹਦਾ ਭਾਵ ਹੈ ਪਰ ਗਈ ਭੂਮ ਵਿਕਾਰ। ਗੱਲ ਕੀ ਹੈ ਕਿ ਹੁਣ ਮਨੁੱਖ ਸੋਚੇ ਉਹ ਵੀ ਇਹ ਗੱਲ ਕਿਉਂ ਨਹੀਂ ਹੋ ਰਹੀ। ਇਸ ਕਰਕੇ ਨਹੀਂ ਹੋ ਰਹੀ ਕਿ ਜਿਸ ਨਿਰਮਲ ਸਾਧਨਾ ਨੂੰ ਸਮਾਂ ਵੱਧ ਦੇਣਾ ਹੈ ਉਹਨੂੰ ਸਮਾਂ ਘੱਟ ਦੇ ਰਿਹਾ ਹੈ, ਅਤੇ ਜਿਹਨੂੰ ਮਨੁੱਖ ਨੇ ਘੱਟ ਸਮਾਂ ਦੇਣਾ ਉਹਨੂੰ ਵਧੀਕ ਦੇ ਰਿਹਾ। ਹੁਣ ਉਦਾਹਰਨ ਦੇ ਤੌਰ 'ਤੇ ਇੱਕ ਬੱਚਾ ਸਕੂਲ ਦੇ ਵਿੱਚ ਪੜ੍ਹਾਈ 'ਚ 8 ਘੰਟੇ ਬਿਤਾਉਂਦਾ ਹੈ, ਅਤੇ ਜੇ ਉਹਦੇ ਬਰਾਬਰ ਹੀ 8 ਘੰਟੇ ਖੇਡਣ ਵਿੱਚ ਬਤੀਤ ਕਰੇਗਾ ਤਾਂ ਫਿਰ ਕਿਹੜੀ ਚੀਜ਼ ਅੱਗੇ ਜਾਏਗੀ। ਹੋ ਸਕਦਾ ਪੜ੍ਹਾਈ ਵੱਲ ਦਾ ਚਿੱਤ ਪੂਰਾ ਖੁੱਭੇਗਾ ਨਹੀਂ, ਪਰ ਖੇਡਣ 'ਚ ਪੂਰਾ ਖੁੱਭਦਾ ਹੈ। ਇਸ ਕਰਕੇ ਅਸੀਂ ਆਪਣੇ ਹਿਰਦੇ ਦੇ ਸੰਸਕਾਰ ਬੜੀ ਵਾਰੀ ਆਪ ਘੜਦੇ ਹਾਂ, ਅਤੇ ਦੁਨੀਆ ਇਸ ਗੱਲ ਤੋਂ ਅਚੇਤ ਰਹਿੰਦੀ ਹੈ। ਅਚੇਤ ਰਹਿਣ ਦਾ ਭਾਵ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜੀ ਮੈਂ ਗੱਲ ਸੁਣ ਰਿਹਾ ਇਹ ਮੈਨੂੰ ਕੀ ਅਸਰ ਕਰੇਗੀ ਬਾਅਦ ਦੇ ਵਿੱਚ, ਜਾਂ ਜੋ ਕੁਝ ਮੈਂ ਕਿਤੇ ਪੜ੍ਹ ਰਿਹਾ, ਜੋ ਅਖਬਾਰ ਕਿਤਾਬ ਜਾਂ ਜੋ ਦੇਖ ਰਿਹਾ, ਜਾਂ ਜਿਹੜਾ ਮੈਨੂੰ ਕੁਦਰਤੀ ਸੁਣਾਈ ਦੇ ਰਿਹਾ, ਇਹ ਮੇਰੇ ਅੰਦਰ ਨੂੰ ਕਿਵੇਂ ਦਾ ਬਣਾਏਗਾ। ਇਸ ਕਰਕੇ ਅਸੀਂ ਘਰਾਂ 'ਚ ਗੱਲ ਵਰਤਦੇ ਨਾ, ਜੋ ਵੱਡੇ ਕਰਦੇ ਉਹ ਨਿੱਕੇ ਕਰਦੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹੀ ਹੈ ਕਿ ਅਸੀਂ ਉਹਦੀ ਅਚੇਤ ਰੂਪ ਦੇ ਵਿੱਚ ਘਾੜਤ ਘੜੀ ਜਾ ਰਹੇ ਹੁੰਦੇ ਹਾਂ। ਜਦ ਸਾਡੇ ਬੋਲ ਦੇ ਵਿੱਚ ਕ੍ਰੋਧ, ਈਰਖਾ, ਦਵੈਸ਼, ਨਫ਼ਰਤ ਝਲਕਦੀ ਹੈ, ਅਤੇ ਇਹ ਨਫ਼ਰਤ ਭਾਵੇਂ ਬੱਚੇ ਨੂੰ ਸਮਝ ਨਹੀਂ ਆਉਂਦੀ, ਪਰ ਇਹਦਾ ਜਿਹੜਾ ਜ਼ਹਿਰ ਵਾਲਾ ਸਾਊਂਡ ਹੈ ਉਹ ਬੱਚੇ ਦੀ ਦੇਹ ਦੇ ਅੰਦਰ ਸੁਣਨ ਦੇ ਨਾਲ ਪ੍ਰਵੇਸ਼ ਕਰ ਜਾਂਦਾ ਹੈ, ਅਤੇ ਥੋੜ੍ਹੇ ਸਮੇਂ ਬਾਅਦ ਉਹ ਵੀ ਸਾਡੇ ਵਾਲੀ ਸਥਿਤੀ 'ਤੇ ਆ ਹੀ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ। ਇਸ ਕਰਕੇ ਆਪਣੇ ਹਿਰਦੇ ਦੇ ਸੰਸਕਾਰਾਂ ਨੂੰ ਵਾਚਣਾ ਜ਼ਰੂਰੀ ਹੈ। ਹੁਣ ਹਿਰਦੇ ਦੇ ਸੰਸਕਾਰ ਕਿਵੇਂ ਵਾਚੇ ਜਾਣ? ਬੰਦਾ ਪੁੱਛੇ ਵੀ ਸਾਨੂੰ ਕਿਵੇਂ ਪਤਾ ਲੱਗੇ ਜੀ ਹਿਰਦੇ ਦੇ ਸੰਸਕਾਰ ਸਾਡੇ ਚੰਗੇ ਨੇ ਜਾਂ ਮਾੜੇ ਨੇ। ਉਦਾਹਰਨ ਦੇ ਤੌਰ 'ਤੇ ਪਹਿਲਾ ਜਿਹੜਾ ਨੁਕਤਾ ਹੈ, ਜਦੋਂ ਕਿਸੇ ਮਨੁੱਖ ਦੀ ਗੁਣ ਵਾਲੀ ਤਬੀਅਤ ਨੂੰ ਦੇਖ ਕੇ, ਕਿਸੇ ਮਨੁੱਖ ਦੀ ਪ੍ਰਤਿਭਾ ਨੂੰ ਦੇਖ ਕੇ, ਕਿਸੇ ਮਨੁੱਖ ਦੀ ਕਿਸੇ ਖਾਸ ਵਿਸ਼ੇਸ਼ਤਾ ਨੂੰ ਦੇਖ ਕੇ, ਜਾਂ ਧਰਤੀ ਦੇ ਕਿਸੇ ਆਕਾਰ ਦੇ ਸ਼ੁਭ ਗੁਣ ਨੂੰ ਦੇਖ ਕੇ ਮਨੁੱਖ ਉਹਨੂੰ ਪੂਰਾ ਕਬੂਲ ਨਾ ਕਰ ਸਕੇ, ਜਾਂ ਪੂਰਾ ਕਬੂਲ ਕਰਨ ਦੇ ਵਿੱਚ ਉਹਨੂੰ ਮੁਸ਼ਕਿਲ ਆਵੇ, ਸਮਝ ਲੈਣਾ ਹਿਰਦੇ ਦੇ ਸੰਸਕਾਰ ਅਜੇ ਦਵੈਤ ਵਾਲੇ ਨੇ, ਅਤੇ ਮਾਲਕ ਦੇ ਗੁਣ ਨੂੰ ਕਿਸੇ, ਭਾਵੇਂ ਉਹ ਕਿਹੜੇ ਵੀ ਰੂਪ 'ਚ ਹੈ, ਉਹਨੂੰ ਪ੍ਰਵਾਨ ਨਹੀਂ ਕਰ ਰਹੇ। ਇਹ ਹਿਰਦੇ ਦੇ ਸੰਸਕਾਰਾਂ ਦੇ ਵਿਗੜੇ ਹੋਣ ਦਾ ਲੱਛਣ ਹੈ। ਦੁਨੀਆ 'ਚ ਬਹੁਤਾ ਕੁਝ ਕਿਉਂ ਖਤਮ ਹੋ ਜਾਂਦਾ ਹੈ? ਬੰਦੇ ਮਾਲਕ ਦੀ ਮਿਹਰ ਰੂਪ ਦੇ ਵਿੱਚ ਉਹਨੂੰ ਪਛਾਣਦੇ ਹੀ ਨਹੀਂ। ਸੁੰਦਰਤਾ ਹੈ ਉਹਦੀ ਵੀ ਇੱਕ ਸਾਰ ਨਹੀਂ, ਕੋਈ ਉੱਚਤਾ ਹੈ ਬੰਦਗੀ ਦੀ ਉਹਦੀ ਵੀ ਸਾਰ ਨਹੀਂ, ਕੋਈ ਕਿਸੇ ਦੇ ਜਿਉਣ ਦਾ ਵੈਸੇ ਉਹਨੇ ਕੋਈ ਹੁਨਰ ਕਮਾਇਆ ਉਹਦਾ ਵੀ ਕੋਈ ਅਦਬ ਨਹੀਂ। ਇਸ ਕਰਕੇ ਹਿਰਦੇ ਦੇ ਸੰਸਕਾਰਾਂ ਦੇ ਵਿਗੜੇ ਹੋਣ ਦਾ ਲੱਛਣ ਹੈ ਕਿ ਬੰਦਾ ਕੋਈ ਗੁਣ, ਵਿਸ਼ੇਸ਼ਣ, ਪ੍ਰਤਿਭਾ ਵਾਲੀ ਹੋਂਦ ਹੈ ਉਹਨੂੰ ਪੂਰੇ ਦਾ ਪੂਰਾ ਸਵੀਕਾਰਦਾ ਨਹੀਂ, ਪਹਿਲਾ ਲੱਛਣ। ਦੂਜਾ ਲੱਛਣ ਹੈ ਕਿ ਜਦੋਂ ਹਿਰਦੇ ਦੇ ਸੰਸਕਾਰ ਵਿਗੜੇ ਹੋਣ, ਅਤੇ ਜਦੋਂ ਮਨੁੱਖ ਦੇ ਕੋਲ, ਜਦੋਂ ਮਨੁੱਖ ਉਹ ਆਪਣੇ ਤੋਂ ਵਿਰੋਧੀ ਸਥਿਤੀਆਂ ਦੇ ਸੰਪਰਕ ਵਿੱਚ ਆਏਗਾ, ਭਾਵ ਕਿ ਆਪ ਅਗਿਆਨੀ ਹੈ, ਗਿਆਨੀ ਦੇ ਸੰਪਰਕ ਵਿੱਚ ਆਏਗਾ, ਆਪ ਕੂੜਿਆਰ ਹੈ, ਸਚਿਆਰ ਦੇ ਸੰਪਰਕ ਵਿੱਚ ਆਏਗਾ, ਉਦੋਂ ਉਹ ਉਹਦਾ ਤਿਰਸਕਾਰ ਪੈਦਾ ਕਰੇਗਾ ਹੀ ਕਰੇਗਾ। ਇਸ ਕਰਕੇ ਉਹ ਨਿੰਦਿਤ ਕਰਮ ਵੱਲ ਰੁਚਿਤ ਹੋਏਗਾ। ਨਿੰਦਿਤ ਕਰਮ ਬੰਦੇ ਦੇ ਅੰਦਰ ਦੀ ਸੂਹ ਦਿੰਦਾ ਹੈ ਕਿ ਇਹਦੇ ਜਿਹੜੇ ਹਿਰਦੇ ਦੇ ਸੰਸਕਾਰ ਉਹ ਠੀਕ ਨਹੀਂ ਹਨ। ਬਾਣੀ 'ਚ ਤਾਂ ਇਹ ਵੀ ਵਾਕ ਆਉਂਦੇ ਨੇ, ਬੁਰਾ ਭਲਾ ਕਉ ਕਿਸਨੋਂ ਕਹੀਏ ਸਗਲੇ ਜੀ ਤੁਮਾਰੇ। ਕਿਹਨੂੰ ਕਹਿ ਦੀ, ਜਾਂ ਗੁਰਬਾਣੀ 'ਚ ਇਹ ਵੀ ਵਾਕ ਆਉਂਦੇ ਨੇ, ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਏ
ਨਾਉ। ਇਸ ਤਰ੍ਹਾਂ ਦੇ ਵਾਕ ਵੀ ਬਾਣੀ 'ਚ ਮਿਲਦੇ ਨੇ। ਇਸ ਕਰਕੇ ਹਿਰਦੇ ਦੇ ਸੰਸਕਾਰ ਵਿਗੜੇ ਹੋਣ ਦਾ ਲੱਛਣ ਹੈ ਕਿ ਮਨੁੱਖ ਫਿਰ ਜਿਹੜੀ ਸ਼ੁੱਧਤਾ ਹੈ ਉਹਦਾ ਤਿਰਸਕਾਰ ਕਰਦਾ ਹੈ। ਤੀਜਾ ਹਿਰਦੇ ਦੇ ਵਿਗੜੇ ਹੋਣ ਦਾ ਲੱਛਣ ਹੈ ਕਿ ਮਨੁੱਖ ਫਿਰ ਉਸ ਤਰ੍ਹਾਂ ਦੇ ਅਭਿਆਸ ਵਿੱਚ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਆਪਣੇ ਜੀਵਨ 'ਚ ਲਿਆਉਂਦਾ ਹੈ। ਮਤਲਬ ਉਹਦੇ ਜੀਵਨ 'ਚ ਨਿੰਦ ਭਾਰੂ ਹੋ ਜਾਂਦੀ ਹੈ, ਪਰਾਈ ਤਾਤ ਭਾਰੂ ਹੋ ਜਾਂਦੀ ਹੈ, ਉਹਦੇ ਜੀਵਨ 'ਚ ਰੋਸ਼, ਸ਼ਿਕਾਇਤਾਂ, ਗਿਲੇ ਸ਼ਿਕਵੇ ਬਹੁਤ ਜ਼ਿਆਦਾ ਭਰ ਜਾਂਦੇ ਨੇ। ਜਿਹੜਾ ਬੰਦਾ ਜ਼ਿੰਦਗੀ 'ਚ ਸੰਬੰਧੀਆਂ ਕਰਕੇ, ਰੱਬ ਕਰਕੇ, ਸਮਾਜ ਕਰਕੇ, ਆਪਣੇ ਆਪ ਕਰਕੇ ਬਹੁਤ ਜ਼ਿਆਦਾ ਗਿਲੇ ਸ਼ਿਕਵਿਆਂ ਰੋਸਿਆਂ ਦੇ ਨਾਲ ਭਰਿਆ ਹੋਏਗਾ, ਸਮਝ ਲੈਣਾ ਇਸ ਬੰਦੇ ਦੇ ਹਿਰਦੇ ਦੀ ਜਿਹੜੀ ਪਵਿੱਤਰਤਾ ਮਾਲਕ ਨੇ ਦਿੱਤੀ ਸੀ, ਇਹਨੇ ਅੰਸ਼ ਮਾਤਰ ਵੀ ਨਹੀਂ ਬਚਾ ਕੇ ਰੱਖੀ, ਸਾਰੀ ਦੀ ਸਾਰੀ ਉੱਜੜ ਗਈ ਹੈ। ਇਸ ਕਰਕੇ ਦੁਨੀਆ ਦੇ ਵਿੱਚ ਜਦ ਬੰਦੇ ਦੇ ਵਾਕ ਸੁਣਾਈ ਦਿੰਦੇ ਹਨ ਤਾਂ ਉਹ ਸਮਝ ਪੈਦਾ ਹੁੰਦੀ ਹੈ ਕਿ ਇਹ ਜੀਵਨ ਦੀ ਜਿਹੜੀ ਨਿਰਮਲ ਬੂੰਦ ਆਕਾਸ਼ ਕੀ, ਇਹ ਧਰਤੀ 'ਤੇ ਪੈ ਕੇ ਖਰਾਬ ਹੋ ਗਈ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ। ਇਸ ਕਰਕੇ ਹਿਰਦੇ ਵਿੱਚ ਕੂੜ ਹੁੰਦਾ ਹੈ। ਹੁਣ ਕੂੜ ਨੂੰ ਕਿਵੇਂ ਭਰਿਆ ਮਨੁੱਖ, ਮੈਂ ਕਈ ਦਫਾ ਦੇਖਿਆ ਹੈ, ਮੈਂ ਕਿਸੇ ਦੇ ਇਸ ਤਰ੍ਹਾਂ ਦੇਖਿਆ ਕਿ ਇੱਕ ਹੁਣ ਕੂੜ ਇੱਕ ਦਿਨ 'ਚ ਵੀ ਨਹੀਂ ਬਣਦਾ, ਇਹ ਵੀ ਇੱਕ ਸਮੱਸਿਆ ਹੈ। ਇਹਨੂੰ ਵੀ ਸਮਾਂ ਲੱਗਦਾ ਹੈ ਬੰਦੇ ਦਾ। ਸਮਾਂ ਕਿਵੇਂ ਲੱਗਦਾ ਹੈ ਕਿ ਜੋਬਨ ਦੇ ਵਿੱਚ ਅਵਸਥਾ ਦਾ ਜੋਸ਼ ਸੀ, ਮਨ ਦੇ ਅੰਦਰ ਕਾਮੁਕਤਾ ਦੀ ਉਤੇਜਨਾ ਉੱਠਦੀ ਸੀ, ਉਹ ਕਿਸੇ ਅਨੈਤਿਕਤਾ ਦੇ ਜ਼ੋਰ ਜ਼ਬਰੀ ਜ਼ਬਤ ਵਿੱਚ ਪੈ ਕੇ ਉਹਨੂੰ ਰੋਕ ਛੱਡਿਆ। ਹੁਣ ਉਹ ਵਾਸਨਾ ਦਾ ਦਮਨ ਕਰਨਾ ਚਾਹਿਆ, ਜਾਂ ਤਾਂ ਉਹਨੂੰ ਸ਼ਬਦ ਦੀ ਸਾਜਨਾ ਵਿੱਚ ਲਾ ਕੇ ਸਹਿਜ ਕਰ ਲੈਂਦਾ, ਸ਼ੁੱਧ ਕਰ ਲੈਂਦਾ, ਪਰ ਉਹ ਕੀਤਾ ਨਹੀਂ, ਉਹਦੇ ਉਲਟ ਦੂਜਾ ਕਰਮ ਕੀਤਾ ਹੈ, ਤਾਂ ਉਹ ਜੀਵਨ ਦੇ ਵਿੱਚ ਬਣਿਆ ਹੋਇਆ ਕੂੜ ਜੀਵਨ ਦੀ ਸਿਖਰਲੀ ਅਵਸਥਾ 'ਤੇ ਜਾ ਕੇ ਵੀ ਜਿਹੜਾ ਹੈ ਮਨੁੱਖ ਨੂੰ ਸਹਿਜ ਨਹੀਂ ਰਹਿਣ ਦਿੰਦਾ। ਮੈਂ ਕਈ ਬਜ਼ੁਰਗਾਂ ਦੀ ਸਭਾ ਦੇ ਵਿੱਚ ਐਸੇ ਮੰਦੇ ਵਾਕ ਸੁਣੇ ਨੇ, ਕੰਨਾਂ ਨੂੰ ਹੱਥ ਲਗਾਉਣ ਨੂੰ ਜੀ ਕਰਦਾ ਸੀ ਕਿ ਜੀਵਨ ਕੀ ਹੈ, ਗੱਲ ਕੀ ਹੈ। ਇਸ ਕਰਕੇ ਕਿਉਂਕਿ ਸਾਦਾ ਨਹੀਂ ਹੈ। ਜੀਵਨ ਦੀ ਸਰੀਰਕ ਅਵਸਥਾ ਗੁਜ਼ਰਦੀ ਗਈ, ਪਰ ਜਿਹੜਾ ਅੰਦਰੋਂ ਜੀਵਨ ਚੱਲ ਰਿਹਾ ਹੈ, ਅੰਦਰ ਵਾਸਨਾ ਦਾ, ਤ੍ਰਿਸ਼ਨਾ ਦਾ, ਜਾਂ ਜੋ ਵੀ ਵਿਕਾਰਾਂ ਦਾ ਪੱਧਰ ਚੱਲ ਰਿਹਾ, ਉਹਦੀ ਸਾਧਨਾ ਨਹੀਂ ਕੀਤੀ। ਅਤੇ ਇਹੋ ਜਿਹੇ ਬੰਦੇ ਜਦ ਗੁਰੂ ਘਰ ਆ ਕੇ ਵੀ ਬੈਠਣਗੇ ਤਾਂ ਇਹ ਆਪਣੀ ਵਿਕਾਰੀ ਤਨਜ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪ੍ਰਗਟ ਕਰਨਗੇ। ਇਸ ਕਰਕੇ ਜਦ ਕੋਈ ਸਾਨੂੰ ਵਾਕ ਕਹਿੰਦਾ, ਉਹਦੀ ਪਹਿਲਾਂ ਪਛਾਣ ਕਰੀਦੀ ਕਿ ਵਾਕ ਆਇਆ ਕਿੱਥੋਂ ਇਹਦੇ ਕੋਲੋਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ। ਅਤੇ ਇਹਦੇ 'ਤੇ ਭਾਵੇਂ ਜਿੰਨਾ ਮਰਜ਼ੀ ਪਾ ਲਓ, ਇਹ ਵਿਕਾਰ ਹੀ ਜਾਣੀ ਹੈ, ਕਿਉਂਕਿ ਸੰਬੰਧ ਤਾਂ ਇਹਦਾ ਕੂੜ ਦੇ ਨਾਲ ਹੈ। ਇਹਨੂੰ ਝੂਠ ਜਾਂ ਵਿਕਾਰੀ ਗੱਲਾਂ ਚੰਗੀਆਂ ਲੱਗਦੀਆਂ ਨੇ। ਜਦੋਂ ਸ਼ਬਦ ਦੇ ਵਿੱਚ ਸ਼ੁੱਧਤਾ ਦੀ ਗੱਲ ਹੁੰਦੀ ਹੈ ਕਿ ਵਿਕਾਰਾਂ ਤੋਂ ਰਹਿਤ ਹੋ, ਦਵੈਤ ਤੋਂ ਮੁਕਤ ਹੋ, ਅਗਿਆਨ ਤੋਂ ਬੰਦਾ ਹਟ ਜਾਵੇ, ਇਹਨਾਂ ਨੂੰ ਗੱਲਾਂ ਭਾਵੇਂ ਉਚਾਈ ਵਾਲੀਆਂ ਨੇ, ਪਰ ਜਦੋਂ ਇਹਨਾਂ ਨੂੰ ਸੁਣਾਈ ਦਿੰਦੀਆਂ ਨੇ, ਇਹਨਾਂ ਨੂੰ ਲੱਗਦਾ ਸਾਨੂੰ ਖਾਸ ਕਰਮ ਤੋਂ, ਸਾਡੇ ਅਸਲ ਤੋਂ ਵਰਜਿਆ ਜਾ ਰਿਹਾ। ਇਸ ਕਰਕੇ ਇਤਰਾਜ਼ ਪੈਦਾ ਕਰਦੇ ਨੇ। ਬਾਣੀ 'ਚ ਵਾਕ ਆਉਂਦਾ ਉੱਥੇ ਸੱਚ ਵਰਤਦਾ, ਕੂੜਿਆਰਾ ਚਿੱਤ ਉਦਾਸ। ਹੁਣ ਚਿੱਤ ਤਾਂ ਗੰਦੇ ਗਾਣੇ ਸੁਣ ਕੇ ਮਲੀਨ ਹੋਇਆ ਪਿਆ ਹੈ ਅਤੇ ਸ਼ਬਦ ਨਾਮ ਰਸ ਵਿੱਚ ਢਲਣ ਲਈ ਕਹਿੰਦਾ ਹੈ, ਤਾਂ ਫਿਰ ਮਨੁੱਖ ਦਾ ਇਤਰਾਜ਼ ਪੈਦਾ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ। ਇਸ ਕਰਕੇ ਗੁਰੂ ਸ਼ਬਦ ਦੀ ਜਿਤਨੀ ਗਿਆਨ ਰੂਪ ਨਿਰਮਲ ਬੂੰਦ ਹੈ, ਜਦੋਂ ਮਨੁੱਖ ਦਾ ਹਿਰਦਾ ਕੱਲਰ ਵਰਗਾ ਅਣਵਾਹਿਆ ਕਠੋਰ ਹੋਵੇ ਤਾਂ ਇਹਦੇ 'ਤੇ ਕੋਈ ਅਸਰ ਨਹੀਂ ਕਰਦਾ, ਉਹਦਾ ਪੈਣਾ ਵੀ ਵਿਅਰਥ ਚਲਿਆ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਸੰਗਤ ਇਉ ਮਨ ਹੀ ਹੋਏ ਗਈ ਪੱਠਸ਼ਾਰ। ਇਸ ਕਰਕੇ ਮਨੁੱਖ ਜਿਹੜਾ ਸੰਗਤ ਦੇ ਅਭਿਆਸ ਤੋਂ ਬਿਨਾਂ ਰਹਿ ਜਾਂਦਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦਾ ਜੀਵਨ ਇਵੇਂ ਹੈ ਜਿਵੇਂ ਭੱਠ ਦੇ ਵਿੱਚ ਕੋਈ ਚੀਜ਼ ਪੈ ਕੇ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਨੁਕਤੇ ਨੂੰ ਵੀ ਜੇ ਥੋੜ੍ਹਾ ਵਾਚ ਲਈਏ, ਅਸੀਂ ਆਪਣੀ ਜ਼ਿੰਦਗੀ 'ਚ ਕਦੀ ਚੱਜ ਦੀ ਸੰਗਤ ਨਹੀਂ ਕੀਤੀ। ਮਨੋ ਜਿੰਨੇ ਵੀ ਅਸੀਂ ਬੈਠੇ ਨਾ, ਕਦੇ ਆਰਾਮ ਨਾਲ ਵਾਚ ਲੈਣਾ ਕਿ ਜਿਤਨੀ ਸਾਡੀ ਅੱਜ ਜੀਵਨ ਦੀ ਔਧ ਹੈ, ਇਹਦੇ ਵਿੱਚੋਂ ਕਿੰਨਾ ਜੀਵਨ ਅਸੀਂ ਜਿਹੜਾ ਹੈ ਉੱਤਮ ਪੁਰਖਾਂ ਦੀ ਸੰਗਤ ਵਿੱਚ ਬਿਤਾਇਆ ਹੈ। ਕਦੇ ਮੁਲਾਂਕਣ ਕਰਨਾ ਇਸ ਗੱਲ ਦਾ ਕਿ ਜੇ ਸਾਡੀ 50 ਸਾਲ ਦੀ ਆਜੂ ਅੱਜ ਤੱਕ, ਜੇ ਰੋਜ਼ ਦਾ 1 ਘੰਟਾ ਕੱਢੀਏ ਤਾਂ 50 ਸਾਲਾਂ ਦੇ ਵਿੱਚ ਕਿੰਨੇ ਘੰਟੇ ਅਸੀਂ ਉੱਤਮ ਪੁਰਖਾਂ ਦੀ ਸੰਗਤ ਵਿੱਚ ਬਿਤਾਏ ਨੇ, ਅਤੇ ਉਹ ਬਿਤਾਏ ਨੇ, ਉਹਨਾਂ ਦਾ ਪ੍ਰਭਾਵ ਕੀ ਹੈ, ਅਤੇ ਉਹ ਸਾਡੇ ਜੀਵਨ ਦੇ ਵਿੱਚ ਅੱਜ ਗੁਣ ਰੂਪ ਹੋ ਕੇ, ਨੈਤਿਕ ਰੂਪ ਹੋ ਕੇ, ਸ਼ੁਭ ਕਰਮ ਰੂਪ ਹੋ ਕੇ, ਸ਼ੁਭ ਖਿਆਲ ਰੂਪ ਹੋ ਕੇ ਕਿਵੇਂ ਸਾਡੇ ਨਾਲ ਚੱਲ ਰਹੇ ਹਨ। ਇਸ ਗੱਲ ਦੀ ਮਨੁੱਖ ਕਿਤੇ ਸੰਗਤ ਹੈ ਕਿੱਥੇ ਹੈ। ਆ 1 ਘੰਟਾ ਸਤ ਸੰਗਤ ਦੀ ਹੈ, ਅਤੇ ਇਹ ਵੀ ਕਈ ਵਾਰੀ ਧਾਰਮਿਕ ਕਰਮ ਦੇ ਵਿਖਾਵੇ 'ਚ ਹੀ ਰਹਿ ਜਾਂਦਾ ਹੈ।
ਇਹ ਥੋੜ੍ਹਾ ਕਿ ਜਿਤਨੇ ਆ ਰਹੇ ਨੇ ਸਾਰਿਆਂ ਦੇ ਅੰਦਰ ਪਿਆਸ ਲੱਗੀ ਹੋਈ ਹੈ, ਜਾਂ ਸਾਰੇ ਬੜੀ ਕਿਤੇ ਤਲਾਸ਼ 'ਚ ਆ ਰਹੇ ਨੇ ਕਿ ਜੀ ਉੱਥੇ ਕਥਾ ਹੋਏਗੀ, ਉਹਦੇ ਵਿੱਚੋਂ ਗਿਆਨ ਦੇ ਗੁਹਜ ਰਤਨ ਲੱਭਣੇ ਨੇ। ਸਾਰੇ ਇੰਝ ਥੋੜ੍ਹਾ ਆ ਰਹੇ, ਹਰੇਕ ਦਾ ਮਨੋਭਾਵ ਵੱਖੋ ਵੱਖਰਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ। ਅਤੇ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਵਾਕ ਕਹੇ ਨੇ, ਸੰਤਨ ਸੰਗ ਕਬੀਰਾ ਬਿਗਰਿਓ। ਪਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਜ਼ਿਕਰ ਪੜ੍ਹਦੇ ਹਾਂ, ਉਹ ਕਹਿੰਦੇ ਉਹ ਆਪਣੇ ਬਚਪਨ 'ਚ ਸਾਧਾਂ ਪੁਰਖਾਂ ਦੀਆਂ ਮੰਡਲੀਆਂ ਵਿੱਚ ਬੈਠੇ ਰਹਿੰਦੇ ਸਨ। ਇਹ ਜ਼ਿਕਰ ਹੁੰਦਾ ਉਹਦੇ ਵਿੱਚ। ਗੁਰੂ ਜਿਤਨੇ ਗੁਰੂ ਸਾਹਿਬਾਨਾਂ ਦਾ ਜੀਵਨ ਹੈ, ਬਾਬਾ ਫਰੀਦ ਸਾਹਿਬ ਜੀ ਦਾ ਮੈਂ ਕੁਝ ਦਿਨ ਪਹਿਲਾਂ ਪੜ੍ਹ ਰਿਹਾ ਸੀ, ਤਾਂ ਉਹ ਕਹਿੰਦੇ ਸੀ ਬਹੁਤ ਸਮਾਂ ਜਿਹਦਾ ਉਹ ਜਿਹੜਾ ਸੀ ਆਪਣੇ ਨੇੜਲੇ ਜਿਹੜਾ ਮਦਰਸਾ ਸੀ, ਉੱਥੇ ਜਿਹੜੇ ਬੱਚੇ ਕੁਰਾਨ ਦੀ ਤਲਾਵਤ ਕਰਦੇ ਸਨ, ਉਹਨਾਂ ਦੇ ਨਾਲ ਬੈਠੇ ਰਹਿੰਦੇ ਸਨ। ਸਾਡੀ ਜ਼ਿੰਦਗੀ ਦੀ ਸੰਗਤ ਕਿੱਥੇ ਹੁੰਦੀ? ਕਿਤੇ ਵੀ ਨਹੀਂ ਹੁੰਦੀ ਸਾਡੀ ਜ਼ਿੰਦਗੀ। ਇਸ ਕਰਕੇ ਜਦੋਂ ਮਨੁੱਖ ਨੇ ਉੱਡੀ ਵੱਡੀ ਹੁਣ ਕਈ ਵਾਰੀ ਜੀਵਨ 'ਚ ਇੱਕ ਨਾ ਨੋਬਲ ਪੁਰਸਕਾਰ ਮਿਲਿਆ ਇੱਕ ਬੰਦੇ ਨੂੰ, ਉਹਦਾ ਨਾਮ ਹੈ ਆਂਦਰੇ ਜੀਦ। ਉਹਨੂੰ ਬੜੇ ਵਿਸ਼ਿਆਂ ਦਾ ਗਿਆਨ ਸੀ, ਬਹੁਤ ਜ਼ਿਆਦਾ ਵਿਸ਼ਿਆਂ ਦਾ। ਉਹ ਜਦੋਂ ਨੋਬਲ ਪੁਰਸਕਾਰ ਮਿਲਿਆ, ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਤੈਨੂੰ ਇੰਨੇ ਵਿਸ਼ਿਆਂ ਦਾ ਗਿਆਨ ਹੈ, ਤੂੰ ਪੜ੍ਹਦਾ ਕਿਵੇਂ ਹੈ? ਇੰਨਾ ਪੜ੍ਹਨਾ ਤਾਂ ਔਖੀ ਗੱਲ ਹੈ ਵੀ ਬੰਦੇ ਦੀ ਜ਼ਿੰਦਗੀ ਛੋਟੀ ਜਿਹੀ ਹੈ, ਰੋਜ਼ ਵੀ 10-12 ਕਿਤਾਬਾਂ ਪੜ੍ਹੇ ਤਾਂ ਜ਼ਿੰਦਗੀ 'ਚ ਮਹਾਂ 5-7 ਹਜ਼ਾਰ ਕਿਤਾਬ ਪੜ੍ਹੀ ਜਾਂਦੀ ਹੈ, ਵੀ ਤੇਰੇ ਕੋਲ ਇੰਨੇ ਵਿਸ਼ਿਆਂ ਦਾ ਗਿਆਨ ਹੈ, ਕਿੱਥੋਂ ਆਇਆ? ਉਹਨੇ ਬੜਾ ਕਮਾਲ ਦਾ ਜਵਾਬ ਦਿੱਤਾ। ਕਹਿੰਦਾ ਦਰਅਸਲ ਮੈਂ ਨਹੀਂ ਪੜ੍ਹਦਾ ਮੇਰੇ ਦੋਸਤ ਨੇ। ਕਹਿੰਦਾ ਉਹ ਪੜ੍ਹ ਕੇ ਅਨੁਭਵ ਕਮਾਉਂਦੇ ਨੇ, ਮੈਂ ਉਹਨਾਂ ਦੀ ਸੰਗਤ ਵਿੱਚ ਜਾ ਕੇ ਬਹਿ ਜਾਂਦਾ। ਜਦੋਂ ਆਪਣੇ ਗਿਆਨ ਦਾ ਅਨੁਭਵ ਸਾਂਝਾ ਕਰਦੇ ਨੇ, ਉਹਨੂੰ ਮੈਂ ਜਗਿਆਸੂ ਹੋ ਕੇ ਸਾਰਾ ਆਪਣੇ ਅੰਦਰ ਸਮਾ ਲੈਂਦਾ। ਇਸ ਕਰਕੇ ਮੇਰੇ ਦੋਸਤਾਂ ਦੀ ਸੰਗਤ ਬੜੀ ਉੱਚੀ ਹੈ। ਇਸ ਕਰਕੇ ਉਹਨਾਂ ਦੀ ਸੰਗਤ ਵਿੱਚ ਰਹਿਣ ਕਰਕੇ ਮੇਰਾ ਜੀਵਨ ਇੰਨੇ ਗਿਆਨ ਵਾਲਾ, ਇੰਨੀ ਸਮਝ ਸੂਝ ਵਾਲਾ ਹੋ ਗਿਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰ ਗਈ ਭੂਮ ਵਿਕਾਰ, ਬਿਨ ਸੰਗਤ ਇਉਂ ਮਾਨਈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਤਾਂ ਸੰਗਤ ਤਾਂ ਮੁੱਕੀ ਚੁੱਕੀ ਸਾਡੇ 'ਚ। ਸਾਡੇ ਬੱਚੇ ਦੇ ਜਿਹੜੇ ਸੰਸਕਾਰ ਕਈ ਵਾਰੀ ਠੀਕ ਨਾ ਹੋਣ, ਉਹਨੂੰ ਹੋਰ ਤਰੀਕੇ ਨਾਲ ਟਰੀਟ ਕਰਨਗੇ, ਕਦੇ ਉਹਨੂੰ ਸੰਗਤ ਦੇ ਵਿੱਚ ਉਵੇਂ ਦਾ ਨਹੀਂ ਪਾਉਣਗੇ। ਅਸੀਂ ਜਿਹੜੀ ਸੰਗਤ ਵਿੱਚ ਪਾਉਂਦੇ ਉਹਦੇ ਵੀ ਕੁਝ ਹੋਰ ਪੱਖ ਨੇ। ਜਿਵੇਂ ਇਹਨੂੰ ਇਉਂ ਕਹਿ ਲਓ, ਜੇ ਇਹਦੇ ਹੋਰ ਨੁਕਤੇ ਅਰਜ਼ ਕਰਨੇ ਹੋਣ, ਜਿਵੇਂ ਪਹਿਲੇ ਸਮਿਆਂ ਦੇ, ਅੱਜ ਵੀ ਇਸ ਤਰ੍ਹਾਂ ਚੱਲਦਾ ਹੈ। ਜਿਵੇਂ ਅਰਬ ਦੇ ਲੋਕ ਜਿਹੜੇ ਹਨ, ਉਹਨਾਂ ਦੀ ਇੱਕ ਉਹਨਾਂ ਦਾ ਅਸੂਲ ਹੈ ਕਿ ਜਦ ਉਹਨਾਂ ਦਾ ਬੱਚਾ ਬਾਲਗ ਹੋ ਜਾਂਦਾ ਹੈ, ਜਿਹੜੀ ਉਹ ਬਿਜ਼ਨਸ ਦੀ ਡੀਲਿੰਗ ਕਰਦੇ ਨੇ, ਆਪਣੇ ਬੱਚੇ ਨੂੰ ਜ਼ਰੂਰ ਨਾਲ ਖੜਦੇ ਨੇ। ਜਿਵੇਂ ਅਰਬ ਦੇ ਲੋਕ ਹੀਰਿਆਂ ਦਾ ਵਪਾਰ ਕਰਦੇ ਨੇ, ਤਾਂ ਉਹ ਆਪਣੇ ਬੱਚੇ ਨੂੰ ਜ਼ਰੂਰ ਖੜਦੇ ਨੇ। ਫਿਰ ਉਹਨੂੰ ਉੱਥੋਂ ਦੀਆਂ ਉੱਚਾਈਆਂ, ਨੀਵੀਆਂ, ਚਲਾਕੀਆਂ ਸਾਰਾ ਕੁਝ ਸਮਝ ਆਉਂਦਾ ਵਪਾਰ ਵਿੱਚ ਕੀ ਚੱਲਦਾ ਹੈ, ਅਤੇ ਉਹਨਾਂ ਦੇ ਬੱਚਿਆਂ ਦੀ ਵਪਾਰੀ ਹੋਣ ਦੀ ਟਰਡੀਸ਼ਨ ਚੱਲਦੀ ਰਹਿੰਦੀ ਹੈ। ਅਜੇ ਤੱਕ ਅਰਬ ਕੋਲੋਂ ਹੀਰਿਆਂ ਦਾ ਵਪਾਰ ਕੋਈ ਤੋੜ ਨਹੀਂ ਸਕਿਆ, ਕਿਉਂਕਿ ਤਬੀਅਤ ਉਹ ਦੇ ਰਹੇ ਹਨ। ਅਸੀਂ ਬੱਚੇ ਨੂੰ ਕਿਹੜੀ ਤਬੀਅਤ ਦੇ ਰਹੇ ਹਾਂ? ਸਕੂਲ ਦੇ ਵਿੱਚ ਉਹਦੀ ਸੰਗਤ ਹੈ, ਉਹ ਸਕੂਲ ਉਹਨੂੰ ਥਰਸਟ ਦੇ ਰਿਹਾ ਹੈ। ਥਰਸਟ ਕੀ ਦੇ ਰਿਹਾ ਹੈ ਕਿ ਤੂੰ ਇੰਨੇ ਪ੍ਰਤੀਸ਼ਤ ਵਿੱਚ ਆ, ਕੰਪੀਟੀਟਿਵ ਨੁਕਤੇ ਤੋਂ ਅੱਗੇ ਚੱਲ, ਫਿਰ ਤੇਰੀ ਜ਼ਿੰਦਗੀ ਦੀ ਕੋਈ ਉਚਾਈ ਹੈ, ਨਹੀਂ ਤਾਂ ਕੋਈ ਉਚਾਈ ਨਹੀਂ। ਮੈਂ ਕਈ ਦਫਾ ਅੱਜ ਦੇਖਦਾ ਨਾ, ਜਦੋਂ ਬੱਚਿਆਂ ਦੇ ਜੀਵਨ ਦੀ ਪਵਿੱਤਰਤਾ ਨੂੰ ਅੱਜ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ, ਉਹ ਕਿਵੇਂ ਉਹਨੂੰ ਕੁਚਲ ਕੇ ਰੱਖ ਦਿੰਦਾ ਹੈ। ਬੜਾ ਦੁੱਖ ਹੁੰਦਾ ਹੈ ਕਿ ਉਹਦੇ ਅੰਦਰ ਦੀ ਜੋ ਉਚਾਈ ਬਣੀ ਹੈ, ਉਹ ਦੁਨੀਆ ਮੈਂ ਬਹੁਤ ਦੇਖਿਆ, ਬਹੁਤ ਪਿਛਲੇ ਸਮੇਂ ਦੇ ਵਿੱਚ ਮੈਂ ਕਈ ਇਸ ਤਰ੍ਹਾਂ ਦੇ ਸਕੂਲ ਵੀ ਸਟੱਡੀ ਕੀਤੇ ਕਿ ਜਾ ਕੇ ਕਿ ਉਹ ਜਿਹੜਾ ਅਧਿਆਪਕ ਪੜ੍ਹਾ ਰਹੇ ਹੈ ਕਿ ਪਹਿਲਾਂ ਇਹ ਆਪਣੀ ਇਹਨੂੰ ਤਾਂ ਦੇਖੀਏ, ਬੱਚੇ ਨੂੰ ਬਾਅਦ ਦੇਖਾਂਗੇ। ਦੇਖਿਆ ਅਧਿਆਪਕ ਅਣਸਾਧਿਆ ਹੈ, ਉਹ ਗਿਆਨ ਦੀ ਡਾਟੇ ਵਾਲੀ ਉਚਾਈ ਦੇ ਰਿਹਾ ਹੈ, ਗਿਆਨ ਦੇ ਬੁੱਝਣ ਵਾਲੀ ਉਚਾਈ ਤਾਂ ਬੱਚੇ ਨੂੰ ਦੇ ਹੀ ਨਹੀਂ ਰਿਹਾ। ਇਸ ਕਰਕੇ ਜਿਹੜੀ ਬੱਚਾ 8 ਘੰਟੇ ਸਕੂਲ 'ਚ ਸੰਗਤ ਕਰ ਰਿਹਾ, ਕਦੇ ਦੇਖਣਾ ਬੱਚੇ ਸਕੂਲ ਤੋਂ ਆ ਕੇ ਥੱਕੇ ਕਿਉਂ ਹੁੰਦੇ ਨੇ, ਇਸ ਗੱਲ ਨੂੰ ਕੋਈ ਸਮਝਦੇ ਨਹੀਂ। ਅਸੀਂ ਸਮਝਦੇ ਸ਼ਾਇਦ ਵਿਸ਼ੇ ਬੜੇ ਪੜ੍ਹਦੇ ਨੇ ਤਾਂ ਥੱਕੇ ਨੇ, ਥੱਕੇ ਨਹੀਂ ਹੈ। ਅਧਿਆਪਕ ਦੇ ਕੋਲ ਗਿਆਨ ਦੀ ਉਚਾਈ ਵਾਲੀ ਰਵਾਨੀ ਨਹੀਂ ਹੈਗੀ। ਉਹ ਜਿਸ ਵਿਸ਼ੇ ਨੂੰ ਪੜ੍ਹਾ ਰਿਹਾ ਉਹਦਾ ਅਨੁਭਵ ਹੀ ਨਹੀਂ ਉਹਦੇ ਕੋਲ ਹੈਗਾ, ਅਤੇ ਬੱਚਾ ਉਹਦਾ ਡਿਸਕੋਰਸ ਸੁਣਦਾ ਹੈ, ਥੱਕ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂਕਿ ਸੰਗਤ ਇੱਥੇ ਕੀ ਹੁੰਦੀ, ਹੋਰ ਕਿੱਥੇ ਕਰਦਾ ਬੱਚਾ। ਉਹ ਘਰੇ ਵੀ ਉਹਦੇ ਮਾਂ ਪਿਓ ਦਾ ਵੱਖਰਾ ਬਣਿਆ, ਆਪਣਾ ਵੱਖਰਾ ਬਣਿਆ। ਹਾਲਾਤ ਤਾਂ ਇੱਥੋਂ ਤੱਕ ਆ ਗਏ ਨੇ, ਹੈਰਾਨਗੀ ਹੁੰਦੀ। 8 ਸਾਲ ਦਾ ਬੱਚਾ ਵੱਖਰੇ ਕਮਰੇ 'ਚ ਸੌਂ ਰਿਹਾ ਜੀ। ਬੱਚਾ ਜੀ ਉਹ ਮੈਂ ਕਈ ਐਸੇ ਪਰਿਵਾਰ ਦੇਖੇ, 10 ਸਾਲ ਦਾ ਬੱਚਾ, 3 ਬੱਚੇ ਨੇ, ਤਿੰਨੇ ਵੱਖੋ ਵੱਖਰੇ ਕਮਰੇ 'ਚ ਨੇ, ਮਾਂ ਪਿਓ ਵੱਖੋ ਵੱਖਰੇ ਕਮਰੇ 'ਚ। ਜਿਹੜਾ ਪਰਿਵਾਰ ਦਾ ਸਟਰਕਚਰ ਹੀ ਤੁਸੀਂ ਤੋੜ ਲਿਆ, ਸੰਗਤ ਦਾ ਕੋਈ ਕਰਮ ਬਣਿਆ ਰਹਿਣਾ ਹੈ। ਹੁਣ ਬੱਚਾ ਮਾਂ ਦੇ ਨੇੜੇ ਸੌਂਏਗਾ, ਮਾਂ ਸਵੇਰੇ 4 ਵਜੇ ਉੱਠ ਕੇ ਜਪਜੀ ਦੀ ਸੱਦ ਪੜ੍ਹਨ ਲੱਗ ਪਈ ਹੈ, ਤਾਂ ਬੱਚੇ ਦੀ ਦੇਹ 'ਤੇ ਕੋਈ ਤਾਂ ਅਸਰ ਪਏਗਾ ਹੀ ਬੰਦਗੀ ਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਸੰਗਤ ਇਉਂ ਮਾਨਈ। ਸੰਗਤ ਦਾ ਕਿਉਂਕਿ ਛੋਟਾ ਅਰਥ ਨਹੀਂ ਹੈ, ਹਰ ਜਗ੍ਹਾ ਹੀ ਬੰਦਾ ਕਰਦਾ ਹੈ। ਸੰਗਤ ਦਾ ਬੰਦਾ ਕਿਸੇ ਵੇਲੇ ਵੀ ਮੁਕਤ ਨਹੀਂ ਹੋ ਸਕਦਾ। ਇੱਥੋਂ ਮੰਨ ਲਓ ਤੁਸੀਂ 100 ਮੀਟਰ ਚੱਲ ਕੇ ਜਾਣਾ ਹੋਵੇ ਆਪਣੇ ਘਰ,
ਤੇ ਰਸਤੇ 'ਚ ਕੋਈ ਸੰਗੀ ਮਿਲ ਗਿਆ, ਉਹ ਤੁਹਾਨੂੰ 10 ਵਾਕ ਕਹੇਗਾ, ਉਹ ਵੀ ਤੁਹਾਡੀ ਸੰਗਤ ਹੈ। ਉਹ ਕਿਵੇਂ ਦੇ ਕਹਿ ਰਹੇ, ਸੋਚਣਾ ਚਾਹੀਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਸੰਗਤਿਓ ਮਨ। ਇੱਥੇ ਸੰਗਤ ਦਾ ਭਾਵ ਜਿਹੜੀ ਸੰਗਤ ਵਿੱਚ ਸ਼ਬਦ ਦੀ ਰੰਗਤ ਲੱਗਣੀ ਹੈ, ਜਿਹਦੇ ਨਾਲ ਹਿਰਦਾ ਨਿਰਮਲ ਹੋਣਾ ਹੈ, ਜਿਹਦੇ ਨਾਲ ਸ਼ਬਦ ਦੇ ਉਪਦੇਸ਼ ਨੂੰ ਸੁਣ ਕੇ ਗੁਣਾਂ ਦੀ, ਦਇਆ ਦੀ, ਖਿਮਾ ਦੀ, ਧਰਮ ਦੇ ਸਾਰੇ ਉੱਚੇ ਗੁਣ ਕਮਾਉਣ ਦਾ ਚਾਅ ਪੈਦਾ ਹੋਣਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਤੋਂ ਬਿਨਾਂ ਰਹਿ ਕੇ ਜਿਹੜਾ ਮਨੁੱਖ ਹੈ ਉਹ ਇਵੇਂ ਹੋ ਜਾਂਦਾ, ਹੋਏ ਗਈ ਪੱਠ ਛਾਰ। ਜਿਵੇਂ ਪੱਠ ਦੇ ਵਿੱਚ ਕੋਈ ਚੀਜ਼ ਸੁੱਟਦੀ, ਉਹ ਸੜ ਕੇ ਸਵਾਹ ਹੋ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਾਣੀ 'ਚ ਇੱਕ ਵਾਕ ਆਉਂਦੇ ਨੇ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਕਹਿੰਦੇ ਜਿਹੜੇ ਮਨੁੱਖ ਸੰਗਤ ਦਾ ਵੱਡਾ ਅਭਿਆਸ ਨਹੀਂ ਕਰਦੇ, ਉਹ ਇਵੇਂ ਹਨ ਜਿਵੇਂ ਧਰਤੀ 'ਤੇ ਪਸ਼ੂ ਹਨ। ਹੁਣ ਸੰਗਤ ਦਾ ਕੀ ਫਰਕ ਹੈ ਵੀ ਇੱਕ ਹੋਰ ਨੁਕਤਾ, ਇੱਕ ਜਾਨਵਰ ਹੈ ਜੰਗਲ ਵਿੱਚ ਰਹਿ ਜਾਂਦਾ, ਇੱਕ ਕੁੱਤਾ ਹੈ ਜੰਗਲ ਵਿੱਚ ਰਹਿ ਗਿਆ, ਉਹ ਇਹਨੂੰ ਜਾਂਗਲੀ ਕੁੱਤਾ ਕਹਿੰਦੇ ਆ। ਉਹਦੇ ਜੀਵਨ ਦਾ ਸੁਭਾਅ ਇਵੇਂ ਦਾ ਬਣ ਜਾਂਦਾ ਹੈ ਕਿ ਉਹ ਸ਼ਿਕਾਰ ਦਾ ਹੀ ਕਰਮ ਕਰਨਾ ਠੀਕ ਸਮਝਦਾ ਹੈ। ਇੱਕ ਕੁੱਤਾ ਕਿਸੇ ਨੇ ਪਾਲਤੂ ਲਿਆ ਕੇ ਆਪਣੇ ਘਰ ਵਿੱਚ ਪਾਲ ਲਿਆ, ਉਹਦੇ ਅੰਦਰ ਦੀਆਂ ਹਿੰਸਕ ਪ੍ਰਵਿਰਤੀਆਂ ਖਤਮ ਹੋ ਗਈਆਂ ਨੇ ਅਤੇ ਉਹ ਆਮ ਜਿਹੇ ਰੂਪ ਵਿੱਚ ਵੇਚਣ ਲੱਗ ਪੈਂਦਾ। ਮੈਂ ਕਈ ਦਫਾ ਨੋਟ ਕਰਦਾ ਰਹਿੰਦਾ ਹੈ ਕਿ ਜੀ ਇਹ ਅੱਜ ਇਹਨਾਂ ਦੇ ਘਰ ਦੇ ਪਿੰਜਰੇ ਦੇ ਦਾਇਰੇ 'ਚ ਆ ਗਿਆ ਅਤੇ ਇਹਦਾ ਦੇਖੋ ਹਿੰਸਕ ਸੁਭਾਅ ਕਿੰਨਾ ਬਦਲ ਗਿਆ ਹੈ, ਕਿਉਂਕਿ ਰੋਜ਼ਾਨਾ ਮਨੁੱਖਾਂ ਕੋਲ ਰਹਿ ਰਿਹਾ, ਉਹਨਾਂ ਨੂੰ ਦੇਖ ਰਿਹਾ, ਉਹਨਾਂ ਦੀ ਥੋੜ੍ਹੀ ਜੋ ਵੀ ਹੈ ਉਹਦੇ ਸਾਹਮਣੇ ਵਾਪਰ ਰਿਹਾ। ਇੱਕ ਇਹ ਜੰਗਲ 'ਚ ਰਹਿੰਦਾ, ਉੱਥੇ ਇਹਨੇ ਸ਼ਿਕਾਰ ਦਾ ਸਾਰਾ ਸਿਲਸਿਲਾ ਦੇਖਣਾ ਸੀ, ਇੱਕ ਜੀਵ ਦੂਜੇ ਨੂੰ ਮਾਰ ਰਿਹਾ, ਉਹ ਡਰ ਭੈ ਸੁਭਾਅ ਦੇ ਅੰਦਰ ਪੈਦਾ ਹੋਣਾ ਸੀ, ਇਹਨੇ ਜਾਂਗਲੀ ਦਾ ਜਾਂਗਲੀ ਰਹਿ ਜਾਣਾ ਸੀ। ਅਤੇ ਇੱਕ ਹੈ ਜਿਹੜਾ ਸੱਭਿਅਕਤਾ ਦੇ ਵਿੱਚ ਆ ਗਿਆ ਅਤੇ ਮਨੁੱਖ ਦੀ ਸੰਗਤ ਦੇ ਨਾਲ ਇਹਨੂੰ ਪਾਲਤੂ ਕਹਿ ਕੇ ਇਹਦਾ ਕੁਝ ਅਰਥ ਬਣ ਰਿਹਾ ਹੈ। ਇਸ ਕਰਕੇ ਸੰਗਤ ਦਾ ਬੜਾ ਵੱਡਾ ਅਨੁਭਵ ਹੈ। ਅਤੇ ਸ਼ੇਖ ਸਾਦੀ ਸਾਹਿਬ ਦਾ ਇੱਕ ਮੈਂ ਆਪਦੇ ਸਨਮੁਖ ਜ਼ਿਕਰ ਰੱਖਾਂ, ਉਹ ਇੱਕ ਦਫਾ ਸਵੇਰ ਵੇਲੇ ਉੱਠੇ ਅੰਮ੍ਰਿਤ ਵੇਲੇ, ਅਤੇ ਉਹਨਾਂ ਨੇ ਹੱਥ ਮੂੰਹ ਆਦਿਕ ਧੋਣਾ ਸੀ ਅਤੇ ਆਪਣੀ ਬੇਗਮ ਨੂੰ ਕਿਹਾ ਕਿ ਮੈਨੂੰ ਥੋੜ੍ਹੀ ਜਿਹੀ ਮਿੱਟੀ ਦੇਈ, ਮੈਂ ਹੱਥ ਧੋ ਲਵਾਂ। ਕਿਉਂਕਿ ਪਹਿਲਾਂ ਲੋਕ ਐਸਾ ਕਰਦੇ ਸਨ, ਮਿੱਟੀ ਨੂੰ ਪਵਿੱਤਰ ਮੰਨਦੇ ਸਨ, ਵੀ ਸਾਬਣ ਆਦਿਕ ਵਾਂਗ ਨਹੀਂ ਸਨ ਅੱਜ ਵਾਂਗ। ਉਹਨਾਂ ਦੀ ਬੇਗਮ ਨੇ ਉਹਨਾਂ ਨੂੰ ਮੁੱਠ ਭਰ ਕੇ ਮਿੱਟੀ ਦੇ ਦਿੱਤੀ ਅਤੇ ਉਹਨਾਂ ਜਦੋਂ ਮਲਿਆ ਤਾਂ ਉਹਨਾਂ ਨੂੰ ਖੁਸ਼ਬੂ ਆਈ ਉਹਦੇ ਵਿੱਚੋਂ। ਉਹ ਬੜੇ ਹੈਰਾਨ ਹੋਏ, ਹਨੇਰਾ ਸੀ, ਕਹਿਣ ਲੱਗੇ ਵੀ ਬੇਗਮ ਨੂੰ ਕਹਿਣ ਲੱਗੇ ਕਿਤੇ ਭੁਲੇਖੇ ਨਾਲ ਤੂੰ ਮੈਨੂੰ ਇਤਰ ਤਾਂ ਨਹੀਂ ਦੇ ਦਿੱਤਾ, ਇਹਦੇ ਵਿੱਚ ਇੰਨੀ ਖੁਸ਼ਬੂ ਹੈ। ਕਹਿਣ ਲੱਗੀ ਜੀ ਨਹੀਂ, ਮੈਂ ਤੁਹਾਨੂੰ ਮਿੱਟੀ ਹੀ ਦਿੱਤੀ ਹੱਥ ਧੋਣ ਲਈ। ਬਾਅਦ 'ਚੋਂ ਕਿਉਂਕਿ ਕਵੀ ਸੀ, ਵਿਦਵਾਨ ਬੰਦਾ ਸੀ, ਉਹਨੇ ਮਿੱਟੀ ਨੂੰ ਪ੍ਰਸ਼ਨ ਕੀਤਾ ਵੀ ਹੈ ਤਾਂ ਮਿੱਟੀ, ਪਰ ਤੇਰੇ ਵਿੱਚ ਇੰਨੀ ਖੁਸ਼ਬੂ ਕਿਉਂ ਹੈ? ਤਾਂ ਉਹਨੇ ਫਿਰ ਮਿੱਟੀ ਦਾ ਜਵਾਬ ਵੀ ਆਪਣੇ ਆਪ 'ਚ ਦਿੱਤਾ, ਅਤੇ ਮਿੱਟੀ ਦਾ ਕਹਿਣਾ ਸੀ ਕਿ ਮੈਂ ਵਰਿਆਂ ਬੱਧੀ ਫੁੱਲਾਂ ਦੀਆਂ ਕਿਆਰੀਆਂ ਦੀਆਂ ਜੜ੍ਹਾਂ ਦੇ ਵਿੱਚ ਪਈ ਰਹੀ ਹਾਂ, ਇਸ ਕਰਕੇ ਜਿੰਨੀ ਕੁ ਫੁੱਲਾਂ ਵਿੱਚ ਖੁਸ਼ਬੂ ਸੀ ਉਹਦੇ ਵਿੱਚ ਥੋੜ੍ਹੀ ਬਹੁਤ ਰਚ ਮਾਤਰ ਕੇ ਮੇਰੇ ਵਿੱਚ ਵੀ ਆ ਗਈ, ਇਸ ਕਰਕੇ ਮੈਂ ਵੀ ਖੁਸ਼ਬੂ ਵਾਲੀ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਿਨ ਸੰਗਤ ਇਉਂ ਮਨ ਨਹੀਂ ਹੋਏ ਗਈ ਪੱਠ ਛਾਰ। ਜਿਹੜਾ ਬਿਨਾਂ ਸੰਗਤ ਤੋਂ ਰਹਿੰਦਾ ਹੈ ਉਹਦਾ ਜੀਵਨ ਸੜਨ ਵਾਂਗ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਹੁਣ ਇਸੇ ਸ਼ਬਦ ਦਾ ਦੂਜਾ ਰੂਪ, ਦੂਜਾ ਪੱਖ ਸਾਡੇ ਸਨਮੁਖ ਰੱਖਦੇ ਨੇ ਭਗਤ ਕਬੀਰ ਸਾਹਿਬ ਜੀ। ਕਹਿੰਦੇ ਗੁਰੂ ਦੇ ਸ਼ਬਦ ਦੀ ਨਿਰਮਲ ਗਿਆਨ ਰੂਪ ਬੂੰਦ ਧਰਤੀ ਵਿੱਚ ਮਿਲ ਗਈ ਹੈ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਇਸ ਕਰਕੇ ਬੜੇ ਸਿਆਣੇ ਪਚ ਗਏ ਨੇ ਕਿ ਹੁਣ ਉਸ ਬੂੰਦ ਨੂੰ ਵੱਖਰਾ ਕਰ ਸਕੀਏ, ਪਰ ਕਹਿੰਦੇ ਉਹ ਹੁੰਦੀ ਨਹੀਂ। ਹੁਣ ਇਸ ਸ਼ਲੋਕ ਦਾ ਕੀ ਭਾਵ ਇਹ ਹੈ ਕਿ ਜਦ ਮਨੁੱਖ ਦਾ ਹਿਰਦਾ ਵਾਹਿਆ ਹੋਵੇ, ਹਿਰਦੇ ਵਾਹੇ ਹੋਣ ਦਾ ਮਤਲਬ ਹੈ ਕਿ ਉਹਨੂੰ ਇਸ ਗੱਲ ਦਾ ਪਤਾ ਹੋਵੇ ਕਿ ਜਿਹੜੀ ਗੱਲ ਹੋ ਰਹੀ ਹੈ ਇਹ ਕਿਸ ਰੂਪ ਵਿੱਚ ਹੋ ਰਹੀ ਹੈ ਅਤੇ ਇਹਦਾ ਮੇਰੇ ਜੀਵਨ 'ਚ ਕੀ ਪ੍ਰਭਾਵ ਬਣਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਿਸਾਨ, ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ, ਕੁਰੁੱਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ। ਹੁਣ ਕੁਰੁੱਤਾ ਉਹਦੇ ਵੀ ਬੜੇ ਭਾਵ ਨੇ। ਜਾਂ ਗੁਰਬਾਣੀ 'ਚ ਵਾਕ ਆਉਂਦਾ ਰੇ ਮਨ ਵੱਤਰ ਬੀਜਣ ਨਾਉ ਬੋਏ ਖੇਤੀ ਲਾਏ ਮਨੂਆ ਭਲੋ ਸਮੋ ਸੁਵਾਉ। ਕਿਸਾਨ ਕੀ ਕਰਦਾ ਹੈ, ਇੱਕ ਫਸਲ ਕੱਟ ਲੈਂਦਾ ਹੈ ਖੇਤ ਦੇ ਵਿੱਚੋਂ, ਦੂਜੀ ਦੇ ਲਈ ਕੀ ਕਰਦਾ ਹੈ, ਜ਼ਮੀਨ ਵਾਹ ਕੇ ਉਹਨੂੰ ਕੁਝ ਦਿਨ ਖੁੱਲ੍ਹੀ ਛੱਡ ਦਿੰਦਾ, ਚੰਗੀ ਤਰ੍ਹਾਂ ਵਾਹ ਕੇ ਉਹਨੂੰ ਖੁੱਲ੍ਹੀ ਛੱਡ ਦਿੰਦਾ ਹੈ ਅਤੇ ਵਰਖਾ ਦੀ ਉਡੀਕ ਕਰਦਾ ਤਾਂ ਕਿ ਉਹਦੇ ਨਾਲ ਉਹ ਵੱਤਰ ਵਿੱਚ ਆ ਜਾਏ। ਵੱਤਰ ਦਾ ਮਤਲਬ ਕਿ ਇਸ ਦੇ ਅੰਦਰ ਬੀਜ ਮੈਂ ਬੋਣਾ ਹੈ ਅਤੇ ਇਹ ਬੀਜ ਦੇ ਨਾਲ ਇਸ ਖੇਤ ਦਾ ਸੁਭਾਅ ਰਲ ਜਾਏ ਅਤੇ ਬੀਜ ਪੂਰੇ ਦਾ ਪੂਰਾ ਅੰਕੁਰਿਤ ਹੋ ਜਾਏ। ਅਤੇ ਜਿਹੜਾ ਸ਼ਬਦ ਦਾ ਅਭਿਆਸ ਹੈ ਨਾ ਸਾਡਾ ਨਿਤਨੇਮ ਤੋਂ ਪਹਿਲਾਂ, ਉਹ ਇਸੇ ਕਰਕੇ ਹੀ ਹੈ। ਇਹ ਹੌਲੀ ਹੌਲੀ ਇਹ ਛੱਡ ਦਿੱਤੇ ਆ ਅਤੇ ਹੁਣ ਬੰਦੇ ਦੀ ਨਾ ਕਥਾ 'ਚ ਇਕਸੁਰਤਾ ਬਣਦੀ ਹੈ, ਨਾ ਕੀਰਤਨ 'ਚ ਬਣਦੀ ਹੈ। ਇਸ ਕਰਕੇ ਜ਼ਿੰਦਗੀ ਦਾ ਇੱਕ ਕਰਮ ਬਣਾ ਲਓ ਕਿ ਭਾਵੇਂ
ਬਾਣੀ 10 ਮਿੰਟ ਪੜ੍ਹਨੀ ਹੈ, ਭਾਵੇਂ 50 ਮਿੰਟ ਪੜ੍ਹਨੀ ਹੈ, ਅਤੇ ਭਾਵੇਂ 10 ਘੰਟੇ ਪੜ੍ਹਨੀ ਹੈ। ਆਪਣੇ ਅੰਮ੍ਰਿਤ ਵੇਲੇ ਦਾ ਸ਼ਬਦ ਦਾ ਅਭਿਆਸ ਜਿਹੜਾ ਮਨੁੱਖ ਖੰਜਾ ਲੈਂਦਾ, ਬਾਕੀ ਬਾਣੀ ਪੜ੍ਹਨੀ ਵੀ ਉਹਦੇ ਜੀਵਨ 'ਚ ਓਨੀ ਰਹਿਮਤ ਨਹੀਂ ਵਰਸਾਉਂਦੀ, ਕਿਉਂਕਿ ਉਹਦਾ ਹਿਰਦਾ ਹੀ ਨਿਰਮਲ ਨਹੀਂ ਹੋਇਆ। ਹੁਣ ਉਦਾਹਰਨ ਦੇ ਤੌਰ 'ਤੇ ਕਦੇ ਜਿਨ੍ਹਾਂ ਦੇ ਘਰਾਂ ਵਿੱਚ ਕਿਤੇ ਤਾਨਪੁਰਾ ਪਿਆ ਹੋਵੇ, ਸਾਜ਼ ਹੁੰਦਾ ਹੈ, ਉਹਦੀ ਜਦ ਕਿਤੇ ਉਹਦੀ ਧੁਨ ਨੂੰ ਅੰਮ੍ਰਿਤ ਵੇਲੇ ਛੇੜਾਂਗੇ ਤਾਂ ਪਤਾ ਲੱਗੇਗਾ ਕਿ ਉਹਦੀ ਧੁਨ ਦੇ ਵਿੱਚ ਕਿੰਨਾ ਰਸ ਹੈ। ਉਹਦੀ ਤਾਰ ਨੂੰ ਛੇੜਾਂਗੇ, ਉਹਨੂੰ ਦੁਪਹਿਰ ਵੇਲੇ ਛੇੜਾਂਗੇ, ਬੰਦੇ ਨੂੰ ਪਤਾ ਕੀ ਲੱਗੇਗਾ? ਦੁਪਹਿਰ ਵੇਲੇ ਤਾਂ ਰੌਲਾ ਇੰਨਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿ ਨਿਰਮਲ ਬੂੰਦ ਆਕਾਸ਼ ਕੀ, ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦੀ ਬੂੰਦ ਗਿਆਨ ਦੀ ਜਗਿਆਸਾ ਵਾਲੇ, ਸ਼ਬਦ ਦੀ ਵਿਚਾਰ ਵਾਲੇ ਜਾਂ ਨਿਰਮਲ ਹਿਰਦਿਆਂ 'ਤੇ ਪੈਂਦੀ ਹੈ ਅਤੇ ਇਹਦੇ ਵਿੱਚ ਜਜ਼ਬ ਹੋ ਜਾਂਦੀ ਹੈ। ਕਿਸਾਨ ਛੱਡ ਦਿੰਦਾ ਹੈ, ਮੀਂਹ ਦੇ ਨਾਲ ਉਹਦੀ ਖੇਤ ਇੱਕ ਵਾਰੀ ਪੂਰਾ ਵੱਤਰ ਵਿੱਚ ਆ ਜਾਂਦਾ ਹੈ, ਫਿਰ ਉਹ ਆਪਣੇ ਬੀਜ ਦਾ ਨਿਰਮਾਣ ਕਰਦਾ ਹੈ, ਫਿਰ ਉਹਦੇ ਵਿੱਚ ਬੀਜ ਬੁਣਦਾ ਹੈ। ਇੰਝ ਹੀ ਸ਼ਬਦ ਜਿਹੜਾ ਕੀਰਤਨ ਹੈ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਸਤਿਗੁਰੂ ਸਾਹਿਬ ਜੀ ਸਿਮਰਨ, ਕੀਰਤਨ ਅਤੇ ਕਥਾ ਕੀ ਹੈ? ਗੁਰੂ ਸਾਹਿਬ ਜੀ ਨੇ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ, ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਜਿਹੜਾ ਸਿਮਰਨ ਅਭਿਆਸ ਹੈ, ਜਪ ਅਭਿਆਸ ਹੈ, ਇਹ ਖੂਹ ਪੁੱਟਣ ਵਾਂਗ ਹੈ। ਮਨੁੱਖ ਆਪਣਾ ਖੂਹ ਪੁੱਟਿਆ ਹੋਵੇ ਅਤੇ ਖੂਹ ਪੁੱਟ ਕੇ ਉਹਦੇ ਵਿੱਚੋਂ ਜਲ ਪ੍ਰਾਪਤ ਕਰ ਸਕਦਾ, ਆਪ ਲਾਭ ਲੈ ਸਕਦਾ ਹੈ, ਇੱਕ ਦੋ ਹੋਰਾਂ ਨੂੰ ਦੇ ਸਕਦਾ ਹੈ, ਬਹੁਤ ਜ਼ਿਆਦਾ ਨਹੀਂ। ਕਹਿੰਦੇ ਜਿਹੜਾ ਕੀਰਤਨ ਹੁੰਦਾ ਹੈ, ਇਹ ਹੁੰਦਾ ਬੱਦਲਾਂ ਦੇ ਵਰਨ ਵਾਂਗ। ਇਹ ਜਦੋਂ ਵਰਦਾ ਜਾਂਦਾ ਹੈ ਤਾਂ ਧਰਤੀ ਤੋਂ ਪਾਣੀ ਲਾਉਣਾ ਹੋਵੇ ਤਾਂ ਸਾਰੀ ਧਰਤੀ ਜਲ ਥਲ ਨਹੀਂ ਹੁੰਦੀ, ਘੰਟਾ ਕੁ ਮੀਂਹ ਪੈ ਜਾਵੇ ਸਾਰੀ ਧਰਤੀ ਜਲ ਥਲ ਹੋ ਜਾਂਦੀ। ਕੀਰਤਨ ਹੈ, ਬੱਦਲਾਂ ਵਾਂਗ ਹੁੰਦਾ ਹੈ, ਇਹ ਸਾਰਿਆਂ ਦੇ ਮਨਾਂ ਨੂੰ ਰਸ ਦੇ ਨਾਲ ਦਰਵ ਕਰ ਦਿੰਦਾ, ਨਿਰਮਲ ਕਰ ਦਿੰਦਾ, ਜਲ ਥਲ ਕਰ ਦਿੰਦਾ ਹੈ। ਅਤੇ ਜਿਹੜੀ ਕਥਾ ਹੈ ਫਿਰ ਉਸ ਦਰਵੇ ਹੋਏ ਮਨ ਦੇ ਵਿੱਚ ਗਿਆਨ ਦੇ ਬੀਜ ਬੀਜਣ ਦਾ ਕਾਰਜ ਕਰਦੀ ਹੈ। ਭਾਵ ਕਿ ਜਿਵੇਂ ਧਰਤੀ ਨਰਮ ਹੋ ਗਈ ਹੈ, ਸ਼ਬਦ ਕੀਰਤਨ ਸੁਣ ਕੇ ਮਨ ਥੋੜ੍ਹਾ ਠਹਿਰਾਅ ਵਿੱਚ ਆ ਗਿਆ ਹੈ, ਫਿਰ ਇਸ ਠਹਿਰੇ ਹੋਏ ਮਨ ਦੇ ਵਿੱਚ ਗੁਰੂ ਸ਼ਬਦ ਦਾ ਗਿਆਨ ਰੂਪ ਬੀਜ ਬੀਜਣਾ, ਤਾਂ ਇਹਦਾ ਜੀਵਨ ਗੁਰਮੁਖਾਂ ਵਾਲਾ ਬਣ ਜਾਏ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੀਨੀ ਭੂਮ ਮਿਲਾਈ। ਇਸ ਕਰਕੇ ਪਰੰਪਰਾ ਸਾਡੀ ਤਾਂ ਬਣੀ ਕਿ ਕੀਰਤਨ ਪਹਿਲਾਂ, ਕਥਾ ਬਾਅਦ ਦੇ ਵਿੱਚ। ਅਸੀਂ ਸਿੱਧਾ ਕਥਾ 'ਚ ਵੀ ਆਵਾਂਗੇ, ਉਹ ਵੀ ਹੋ ਸਕਦਾ ਉਚੇਰੀ ਸੁਰਤ ਵਾਲੇ ਕਥਾ ਦੇ ਨਾਲ ਹੀ ਛੇਤੀ ਬੈਲੈਂਸ ਬਣਾ ਲੈਣ, ਪਰ ਜਿਹੜੀ ਦੀਵਾਨ ਦੇ ਵਿੱਚ ਆਉਣ ਦੀ ਮਰਜ਼ਾਦਾ ਹੈ ਉਹ ਕੀਰਤਨ ਕਥਾ ਸਮੇਤ ਹੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਨਕ ਸਿਆਣੇ ਪਚ ਗਏ। ਹੁਣ ਜਿਹੜਾ ਉਹ ਸ਼ਬਦ ਉਪਦੇਸ਼ ਗੁਰਸਿੱਖ ਦੇ ਹਿਰਦੇ ਵਿੱਚ ਪੈ ਕੇ ਅਤੇ ਉਹਦੇ ਹਿਰਦੇ ਨੂੰ ਉਸ ਉਪਦੇਸ਼ ਨੇ ਸ਼ਾਂਤ ਕਰ ਦਿੱਤਾ ਹੈ, ਅਤੇ ਉਸ ਉਪਦੇਸ਼ ਦੇ ਅਨੁਸਾਰ ਉਹਦਾ ਕਰਮ ਵੀ ਬਣ ਗਿਆ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਨਕ ਸਿਆਣੇ ਪਚ ਗਏ। ਹੁਣ ਜਿਹੜੀ ਬੂੰਦ ਜ਼ਮੀਨ ਵਿੱਚ ਜਜ਼ਬ ਹੋ ਗਈ ਹੈ, ਉਹਨੂੰ ਜ਼ਮੀਨ ਨਾਲੋਂ ਵੱਖ ਨਹੀਂ ਕਰ ਸਕਦੇ। ਭਾਵ ਕਿ ਜਿਹੜੇ ਗੁਰਸਿੱਖ ਦਾ ਹਿਰਦਾ ਗੁਰੂ ਸ਼ਬਦ ਨਾਲ ਜੁੜ ਕੇ ਉਹਦੇ ਅਨੁਸਾਰ ਹੋ ਗਿਆ ਹੈ, ਉਹਦੇ ਵਿੱਚੋਂ ਸ਼ਬਦ ਉਪਦੇਸ਼ ਜਾਂ ਗੁਰੂ ਕੇ ਅੰਮ੍ਰਿਤਮਈ ਭਾਵ ਦਾ ਕਰਮ ਵੱਖਰਾ ਨਹੀਂ ਹੋ ਸਕਦਾ, ਨਾ ਨਿਰਵਾਰੀ ਜਾਏ, ਭਾਵੇਂ ਉਹਨੂੰ ਕਿੰਨੇ ਵੀ ਜਰਾਂ ਦੇ ਯਤਨ ਨਾ ਕੀਤੇ ਜਾਣ। ਗੁਰਬਾਣੀ 'ਚ ਦੇਖੋ ਵਾਕ ਕੈਸੇ ਆਉਂਦੇ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ ਗੁਰ ਕਾ ਦਰਸ਼ਨ ਪਾਏ ਜੀਉ। ਜਾਂ ਗੁਰਬਾਣੀ 'ਚ ਵਾਕ ਆਉਂਦੇ ਹਨ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਇਹਦਾ ਭਾਵ ਕੀ ਹੈ ਕਿ ਜਦੋਂ ਬੰਦਾ ਕਥਾ ਕੀਰਤਨ ਸੁਣੇ ਤਾਂ ਉਹਦਾ ਹਿਰਦਾ ਇੰਨਾ ਨਿਰਮਲ, ਇੰਨਾ ਸ਼ਵੱਛ, ਇੰਨਾ ਪਾਕ ਹੋਵੇ ਕਿ ਉਹਨੂੰ ਪਤਾ ਲੱਗੇ ਕਿ ਜੀਵਨ ਦੀ ਜਿਹੜੀ ਗੁਰੂ ਸ਼ਬਦ ਦੀ ਰਹਿਮਤ ਹੈ ਇਹ ਬੜੇ ਵੱਡੇ ਰੂਪ ਵਿੱਚ ਹੋ ਰਹੀ ਹੈ। ਅਤੇ ਹੁਣ ਇਸ ਗੱਲ ਦਾ ਇੱਕ ਭਾਵ ਛੋਟਾ ਜਿਹਾ ਫਿਰ ਅਰਜ਼ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਸੱਜਣ ਠੱਗ ਨੂੰ ਸ਼ਬਦ ਸੁਣਾਇਆ, ਭਾਵੇਂ ਉਹਦੇ ਕਰਮ ਮਲੀਨ ਸਨ ਸਾਰੇ, ਪਰ ਉਹਦੇ ਜੀਵਨ ਵਿੱਚ ਥੋੜ੍ਹੀ ਜਿਹੀ ਪਵਿੱਤਰਤਾ ਬਚੀ ਸੀ, ਕਿਉਂਕਿ ਉਹਦਾ ਲਿਬਾਸ ਚੰਗਾ ਸੀ, ਕੁਝ ਉਹਦਾ ਨਾਮ ਚੰਗਾ ਸੀ। ਹੁਣ ਇਸ ਲਿਬਾਸ ਚੰਗੇ ਨੂੰ ਅਤੇ ਇਸ ਚੰਗੇ ਨਾਮ ਨੂੰ ਗੁਰੂ ਸਾਹਿਬ ਜੀ ਨੇ ਪਵਿੱਤਰਤਾ ਦੀ ਬਾਕੀ ਅੰਸ਼ ਜਾਣ ਕੇ ਉਹਨੂੰ ਸ਼ਬਦ ਸੰਬੋਧਿਤ ਕੀਤਾ। ਉੱਜਲ ਕਹਿਹਾ ਚਿਲਕਣਾ ਘੋਟਮ ਕਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਹੁਣ ਸ਼ਬਦ ਸੁਣਿਆ ਸੱਜਣ ਠੱਗ ਨੇ, ਉਹਦਾ ਹਿਰਦਾ ਥੋੜ੍ਹਾ ਵਾਹਿਆ ਹੈ, ਥੋੜ੍ਹੇ ਠੀਕ ਉਹਦੇ ਅੰਦਰ ਅਭਿਆਸ ਹੈਗਾ, ਪਹਿਲਾਂ ਕਠੋਰ ਸੀ, ਪਰ ਸ਼ਬਦ ਦਾ ਜਦੋਂ ਗੁਰੂ ਸਾਹਿਬ ਜੀ ਨੇ ਬਾਰ-ਬਾਰ ਗਾਇਨ ਕੀਤਾ ਅਤੇ ਹਿਰਦਾ ਦਰਵ ਹੋ ਗਿਆ, ਅਤੇ ਉਹ ਜਿਹੜਾ ਸ਼ਬਦ ਉਪਦੇਸ਼ ਸੀ ਉਹ ਚੋਟ ਕਰ ਗਿਆ, ਫਿਰ ਉਹਦੇ ਜੀਵਨ 'ਚ ਮਿਲ ਗਿਆ। ਅਤੇ ਜਦੋਂ ਜੀਵਨ 'ਚ ਮਿਲ ਗਿਆ ਅਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਹੱਥ ਜੋੜ ਕੇ ਢਹਿ ਪਿਆ ਕਿ ਗੁਰੂ ਸਾਹਿਬ ਜੀ ਮੈਨੂੰ ਬਖਸ਼ ਲਓ। ਇਸ ਕਰਕੇ ਅਸੀਂ ਜਿਵੇਂ ਬਾਣੀ 'ਚ ਕਿੰਨੇ ਵਾਕ ਪੜ੍ਹਦੇ ਹਾਂ, ਰੋਜ਼ਾਨਾ ਅਕਸਰ ਵਾਕ ਪੜ੍ਹਦੇ ਹਾਂ, ਮਵ ਗੁਣ ਪਰੇਖ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਹੁਣ ਅੰਮ੍ਰਿਤ ਛਾੜ ਕੀ ਹੁੰਦਾ ਹੈ? ਮੈਨੂੰ ਕਿਸੇ ਦਿਨ ਕਿਸੇ ਨੇ ਪੁੱਛਿਆ ਜੀ ਵੀ ਮੈਂ ਤਾਂ ਅੰਮ੍ਰਿਤ ਛਕਿਆ ਨਹੀਂ ਜੀ, ਫਿਰ ਮੇਰੇ 'ਤੇ ਅਰਥ ਕਿਵੇਂ ਲੱਗਦੇ ਨੇ? ਮੈਂ ਕਿਹਾ ਜੀ ਅੰਮ੍ਰਿਤ ਛਾੜ ਦਾ ਭਾਵ ਹੈ ਕਿ ਕਥਾ ਅਤੇ ਕੀਰਤਨ ਅਤੇ ਗੁਰੂ ਕੀ ਬਾਣੀ ਪੜ੍ਹਨਾ, ਸੰਗਤ ਕਰਨਾ, ਸੇਵਾ ਕਰਨਾ, ਇਹ ਜੀਵਨ ਨੂੰ ਅੰਮ੍ਰਿਤਮਈ ਬਣਾਉਂਦੀ ਹੈ।
ਜਿੰਨੇ ਇਹ ਛੱਡੀ ਹੋਈ ਹੈ, ਸਮਝ ਲਓ ਉਹਨੇ ਇਹ ਵੀ ਛੱਡਿਆ ਹੋਇਆ। ਅੰਮ੍ਰਿਤ ਛਾੜ ਦਾ ਭਾਵ ਇਹੀ ਹੈ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਜਿਹੜਾ ਸ਼ਬਦ ਉਪਦੇਸ਼ ਜ਼ਿੰਦਗੀ ਦੇ ਨਾਲ ਇੱਕ ਸੁਰ ਹੋ ਜਾਏ, ਉਹੀ ਗੁਰੂ ਕੇ ਰਹਿਮਤ ਦਾ ਪਾਤਰ ਬਣਾਉਂਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਸ਼ਬਦ ਉਪਦੇਸ਼ ਦੁਆਰਾ 2 ਸ਼ਲੋਕਾਂ ਦੁਆਰਾ ਉਪਦੇਸ਼ ਦੀ ਬਖਸ਼ਿਸ਼ ਕਰਕੇ ਨਿਵਾਜਿਸ਼ ਕਰਦੇ ਹਨ ਕਿ ਸਾਡਾ ਹਿਰਦਾ ਸ਼ਰਧਾ, ਭਾਵਨਾ, ਵਿਸ਼ਵਾਸ ਅਤੇ ਗਿਆਨ ਦੀ ਜਗਿਆਸਾ ਦੇ ਨਾਲ ਵਾਹਿਆ ਹੋਵੇ, ਤਾਂ ਗੁਰੂ ਸ਼ਬਦ ਦਾ ਉਪਦੇਸ਼ ਇਹਦੇ ਉੱਪਰ ਰਹਿਮਤ ਕਰੇਗਾ, ਸਾਡੇ ਜੀਵਨ ਦੀ ਕਲਿਆਣ ਹੋਵੇਗੀ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।